ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਪਤਿਸਮੇ ਦੇ ਬਾਰੇ ਵਿੱਚ। ਜਦ ਅਸੀਂ ਡਿਨੋਮੀਨੇਸ਼ਨਾਂ ਵੱਲ ਵੇਖਦੇ ਹਾਂ ਤਾਂ ਰੰਗ ਬਰੰਗੇ ਬਪਤਿਸਮੇ ਨਜ਼ਰ ਆਉਂਦੇ ਆ, ਪਰ ਬਾਈਬਲ ਦਾ ਬਪਤਿਸਮਾ ਇੱਕ ਆ। ਕਿ ਉਹ ਬਪਤਿਸਮਾ ਪਿਤਾ, ਪੁੱਤਰ, ਪਵਿੱਤਰ ਆਤਮਾ ਵਿੱਚ ਆ ਜਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆ। ਅੱਜ ਇਹਨਾਂ ਸਾਰੇ ਸਵਾਲਾਂ ਤੋਂ ਪੜਦਾ ਚੁੱਕਾਂਗੇ, ਸੋ ਬਣੇ ਰਹੋ ਵੀਡੀਓ ਦੇ ਆਖਰ ਤੱਕ। ਬਹੁਤ ਹੀ ਇੰਟਰਸਟਿੰਗ ਵੀਡੀਓ ਹੋਣ ਵਾਲੀ ਹੈ, तो देखते रहो पूरी वीडियो। शलोम एवरीवन, मैं हूं मुकेश मसीह और आप देख रहे हैं बाइबल ट्रूथ। ਅੱਜ ਜਦ ਅਸੀਂ ਮਸੀਹ ਜਗਤ ਵਿੱਚ ਝਾਤੀ ਮਾਰਦੇ ਹਾਂ ਤਾਂ ਬਪਤਿਸਮੇ ਦੀਆਂ ਅਲੱਗ-ਅਲੱਗ ਸਿੱਖਿਆਵਾਂ ਨਜ਼ਰ ਆ ਰਹੀਆਂ ਨੇ। ਕੀ ਇਹ ਸਾਰੀਆਂ ਸਿੱਖਿਆਵਾਂ ਇੱਕ ਬਾਈਬਲ 'ਚੋਂ ਆ ਰਹੀਆਂ ਨੇ ਜਾਂ ਕਿਤੇ ਹੋਰ ਆ ਰਹੀਆਂ ਨੇ? ਬਸ ਅੱਜ ਅਸੀਂ ਉਸੇ ਚੀਜ਼ ਨੂੰ ਵੇਖਣ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਵੇਖਦੇ ਹਾਂ ਜਿੱਥੋਂ ਇਹ ਸਿੱਖਿਆਵਾਂ ਆ ਰਹੀਆਂ ਨੇ, ਅਤੇ ਇਸ ਦੇ ਲਈ ਸਾਨੂੰ ਬਾਈਬਲ 'ਚ ਜਾਣਾ ਪਏਗਾ। ਅਸੀਂ ਪੜ੍ਹਦੇ ਹਾਂ ਮੱਤੀ 13 ਅਧਿਆਏ ਉਹਦੀ 24 ਆਇਤ। ਮੱਤੀ 13 ਅਧਿਆਏ ਉਹਦੀ 24 ਆਇਤ। 24 ਉਸ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ, ਅਤੇ ਜਦ ਲੋਕ ਸੌਂ ਰਹੇ ਸਨ ਤਦ ਵੈਰੀ ਆਇਆ ਅਤੇ ਉਹ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਅਤੇ ਜਦੋਂ ਬੂਰ ਪਿਆ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਤਾਂ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ ਸਵਾਮੀ ਜੀ, ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਜੰਗਲੀ ਬੂਟੀ ਕਿੱਥੋਂ ਆਈ? ਉਸ ਨੇ ਉਹਨਾਂ ਨੂੰ ਆਖਿਆ, ਕਿਸੇ ਵੈਰੀ ਦਾ ਕੰਮ ਹੈ। ਤਾਂ ਨੌਕਰਾਂ ਨੇ ਉਹਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਜਾ ਕੇ ਉਸ ਨੂੰ ਪੁੱਟ ਦਈਏ। ਪਰ ਉਹਨੇ ਕਿਹਾ, ਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੁੱਟਣ ਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਵੋ। ਵਾਢੀ ਤੱਕ ਦੋਨੋਂ ਇਕੱਠੇ ਵਧਣ ਦਿਓ, ਅਤੇ ਮੈਂ ਵਾਢੀ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹਦੀਆਂ ਪੂਲੀਆਂ ਬੰਨ੍ਹ ਲਵੋ, ਪਰ ਕਣਕ ਨੂੰ ਮੇਰੇ ਗੁਦਾਮਾਂ ਵਿੱਚ ਜਮ੍ਹਾਂ ਕਰ ਲਵੋ। ਆਮੀਨ। ਤਾਂ ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਅਗਲੀਆਂ ਆਇਤਾਂ ਵਿੱਚ ਸਮਝਾਉਂਦੇ ਆ। ਉਹ ਹੈਗੀ 36 ਆਇਤ 'ਚ। ਫਿਰ ਉਹ ਭੀੜ ਨੂੰ ਭੇਜ ਕੇ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ ਕਿ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਾਨੂੰ ਸਮਝਾ ਦਿਓ। ਯਿਸੂ ਨੇ ਉੱਤਰ ਦਿੱਤਾ, ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ। ਖੇਤ ਸੰਸਾਰ ਹੈ, ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ, ਅਤੇ ਉਹ ਜਿਸ ਵੈਰੀ ਨੇ ਉਸ ਨੂੰ ਬੀਜਿਆ ਉਹ ਸ਼ੈਤਾਨ ਹੈ। ਵਾਢੀ ਦਾ ਵੇਲਾ ਸੰਸਾਰ ਦਾ ਅੰਤ ਹੈ ਅਤੇ ਵੱਢਣ ਵਾਲੇ ਸਵਰਗਦੂਤ ਹਨ। ਇਸ ਲਈ ਜਿਵੇਂ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ, ਉਸੇ ਤਰ੍ਹਾਂ ਸੰਸਾਰ ਦੇ ਅੰਤ ਦੇ ਸਮੇਂ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਸਵਰਗਦੂਤਾਂ ਨੂੰ ਭੇਜੇਗਾ ਅਤੇ ਉਹ ਰਾਜ ਦੇ ਵਿੱਚੋਂ ਸਾਰੀਆਂ ਠੋਕਰ ਖਾਣ ਵਾਲੀਆਂ ਚੀਜ਼ਾਂ ਅਤੇ ਕੁਧਰਮੀਆਂ ਨੂੰ ਇਕੱਠਾ ਕਰੇਗਾ ਅਤੇ ਉਹਨਾਂ ਨੂੰ ਅੱਗ ਦੇ ਭੱਠੇ ਵਿੱਚ ਸੁੱਟ ਦੇਣਗੇ, ਜਿੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ। ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗੂ ਚਮਕਣਗੇ। ਜਿਸ ਦੇ ਕੰਨ ਹੋਣ ਉਹ ਸੁਣੇ। ਹੁਣ ਇਸੇ ਅਧਿਆਏ ਵਿੱਚ ਇੱਕ ਔਰਤ ਆਉਂਦੀ ਆ। ਉਹ ਔਰਤ ਆਉਂਦੀ ਆ 33 ਆਇਤ ਵਿੱਚ, ਮੱਤੀ 13 ਦੀ 33 ਵਿੱਚ। ਉਹ ਵੀ ਪੜ੍ਹ ਲੈਂਦੇ ਆ। ਖਮੀਰ ਦਾ ਦ੍ਰਿਸ਼ਟਾਂਤ ਹੈ। ਉਸਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ, ਜਿਸ ਨੂੰ ਇੱਕ ਔਰਤ ਨੇ 3 ਕਿਲੋ ਆਟੇ ਵਿੱਚ ਮਿਲਾਇਆ ਅਤੇ ਸਾਰਾ ਆਟਾ ਖਮੀਰਾ ਹੋ ਗਿਆ। ਅਤੇ ਇੱਥੇ ਪ੍ਰਭੂ ਯਿਸੂ ਮਸੀਹ ਕੁਝ ਸਮਝਾ ਰਹੇ ਆਪਣੇ ਚੇਲਿਆਂ ਨੂੰ। ਪਹਿਲਾਂ ਤਾਂ ਉਹਨੇ ਸਾਰੇ ਨੂੰ ਸਮਝਾਇਆ, ਦ੍ਰਿਸ਼ਟਾਂਤ ਦਿੱਤਾ। ਦ੍ਰਿਸ਼ਟਾਂਤ ਦਾ ਮਤਲਬ ਉਹਨੇ ਸਿਰਫ ਚੇਲਿਆਂ ਨੂੰ ਸਮਝਾਇਆ ਆਪਣੇ ਨੂੰ। ਉਹ ਪੂਰੇ ਸਮੇਂ ਨੂੰ ਦਿਖਾਇਆ। ਯਿਸੂ ਮਸੀਹ ਤੋਂ ਲੈ ਕੇ ਬੀਜ ਬੀਜਣ ਵਾਲੇ ਤੋਂ। ਬੀਜ ਕਿਹਨੇ ਬੀਜਿਆ? ਪ੍ਰਭੂ ਯਿਸੂ ਮਸੀਹ ਨੇ। ਮਨੁੱਖ ਦੇ ਪੁੱਤਰ ਨੇ ਬੀਜ ਬੀਜਿਆ ਪਹਿਲੇ ਦ੍ਰਿਸ਼ਟਾਂਤ ਵਿੱਚ। ਸਮੇਂ ਦੇ ਅੰਤ ਤੱਕ ਇੱਥੇ 7 ਕਲੀਸਿਆ ਕਾਲ ਦਾ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰ ਰਹੇ ਆ। 7 ਕਲੀਸਿਆ ਕਾਲ ਦਾ ਉਹਦੇ ਵਿੱਚ ਕੀ ਹੋਣਾ ਵਾ? ਜਦ ਯਿਸੂ ਮਸੀਹ ਬੀਜ ਚੁੱਕਾ, ਪਹਿਲੇ ਦ੍ਰਿਸ਼ਟਾਂਤ ਵਿੱਚ ਆਪਾਂ ਪੜ੍ਹਿਆ, ਉਸ ਤੋਂ ਬਾਅਦ ਇੱਕ ਹੋਰ ਆਉਂਦਾ ਬੀਜ ਬੀਜਣ ਵਾਲਾ ਜਿਹਨੇ ਜੰਗਲੀ ਬੂਟੀ ਬੀਜੀ। ਉਹ ਸ਼ੈਤਾਨ। ਅਤੇ ਸ਼ੈਤਾਨ ਆਪਣੇ ਸਿੱਧਾ ਕੰਮ ਕਦੀ ਵੀ ਨਹੀਂ ਕਰਦਾ, ਉਹ ਕਿਸੇ ਦੇ ਰਾਹੀਂ ਕਰਦਾ ਕੰਮ। ਜਿੱਦਾਂ ਹਵਾ ਅਦਨ ਵਿੱਚ ਹਵਾ ਨੂੰ ਭਰਮਾਉਣ ਲਈ ਸਿੱਧਾ ਨਹੀਂ ਗਿਆ, ਤਾਂ
ਸੱਪ ਦੇ ਰਾਹੀਂ ਗਿਆ। ਇੱਥੇ ਵੀ ਇੱਕ ਔਰਤ ਰੱਖੀ ਆ ਜਿਹਨੇ 3 ਸੇਰ ਆਟੇ ਵਿੱਚ ਖਮੀਰ ਮਿਲਾਇਆ, ਸਾਰਾ ਆਟਾ ਖਮੀਰਾ ਹੋ ਗਿਆ। ਇਹ ਔਰਤ ਕੌਣ ਆ? ਇਹ ਮਤੀ 13 ਵਿੱਚ ਪਾਈ ਜਾਂਦੀ ਆ, ਤੇ ਲੂਕਾ 13 ਵਿੱਚ ਪਾਈ ਜਾਂਦੀ ਆ। ਉਧਰ ਪ੍ਰਕਾਸ਼ 13 ਅਧਿਆਏ ਵਿੱਚ ਪਾਈ ਜਾਂਦੀ ਆ। 13 ਅਧਿਆਏ ਵਿੱਚ ਹੀ ਕਿਉਂ ਪਾਈ ਜਾਂਦੀ ਹੈ? ਅੱਗੇ ਪਿੱਛੇ ਕਿਉਂ ਨਹੀਂ ਪਾਈ ਜਾਂਦੀ? ਕਿਉਂਕਿ 13 ਨੰਬਰ ਹੀ ਔਰਤ ਦਾ ਨੰਬਰ ਹੈ। ਅਮਰੀਕਾ ਦਾ ਨੰਬਰ ਵੀ 13 ਹੀ ਹੈ। ਉਹਦੇ ਝੰਡੇ ਦੀਆਂ 13 ਲੀਕਾਂ ਨੇ, 13 ਸਟਾਰ ਆ। ਤਾਂ ਇਹਨਾਂ ਜ਼ਿਆਦਾ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਇਹਨੂੰ ਜ਼ਿਆਦਾ ਸਮਝਣ ਦੇ ਲਈ ਪ੍ਰਕਾਸ਼ 17 ਪੋਥੀ ਪੜ੍ਹ ਸਕਦੇ। ਉਹਦੇ ਵਿੱਚ ਇਹਦਾ ਸਾਫ਼ ਜ਼ਿਕਰ ਹੈ ਔਰਤ ਕੌਣ ਆ। ਜਿਹੜੇ ਬਾਈਬਲ ਨੂੰ ਚੰਗੀ ਤਰ੍ਹਾਂ ਜਾਣਦੇ ਉਹ ਸਮਝਦੇ ਆ ਇਹ ਔਰਤ ਕੌਣ ਆ। ਮੈਂ ਤੇ ਖੁੱਲ੍ਹ ਕੇ ਗੱਲ ਨਹੀਂ ਕਰਾਂਗਾ ਇੱਥੇ। ਤੇ ਇਹ ਆਪਣੇ ਕੀ ਕਰਦੀ ਆ? ਖਮੀਰ ਮਿਲਾਉਂਦੀ ਆ। ਜਿਹੜੀ ਸਿੱਖਿਆ ਯਿਸੂ ਮਸੀਹ ਨੇ ਦਿੱਤੀ ਆ, ਜਿਹੜਾ ਬੀਜ ਯਿਸੂ ਮਸੀਹ ਨੇ ਬੀਜ ਦਿੱਤਾ, ਉਹਦੇ ਬਾਅਦ ਇੱਕ ਹੋਰ ਬੀਜਣ ਵਾਲਾ ਨਿਕਲਿਆ ਜਿਹਨੇ ਜੰਗਲੀ ਬੂਟੀ ਬੀਜੀ। ਇਸ ਗੱਲ ਨੂੰ ਧਿਆਨ ਵਿੱਚ ਰੱਖ ਲਓ। ਪਹਿਲਾਂ ਯਿਸੂ ਮਸੀਹ ਨੇ ਸਿੱਖਿਆ ਦਿੱਤੀ, ਉਸ ਤੋਂ ਬਾਅਦ ਕੋਈ ਸਿੱਖਿਆ ਮਿਲਾਈ ਗਈ ਵਿੱਚ। ਉਹ ਸਮਾਂ ਦੱਸ ਰਿਹਾ 30ਵੀਂ ਸਦੀ ਵਿੱਚ 3 ਸੇਰ ਆਟੇ ਵਿੱਚ ਉਹਨੇ ਖਮੀਰ ਮਿਲਾਇਆ ਔਰਤ ਨੇ। ਔਰਤ ਕਿਹਨੂੰ ਬਿਆਨ ਕਰਦੀ ਹੈ? ਬਾਈਬਲ ਦੀ ਭਾਸ਼ਾ ਵਿੱਚ ਕਲੀਸਿਆ ਨੂੰ। ਕੋਈ ਇੱਦਾਂ ਦੀ ਕਲੀਸਿਆ ਆਏਗੀ ਯਿਸੂ ਮਸੀਹ ਤੋਂ ਬਾਅਦ ਜੋ ਬੀਜੇ ਹੋਏ ਬੀਜ ਵਿੱਚ ਮਿਲਾਵਟ ਕਰੇਗੀ। ਤਾਂ ਅੱਜ ਦੇਖ ਲਓ ਬਾਈਬਲ ਦਾ ਬਪਤਿਸਮਾ ਇੱਕ ਆ। ਜਦੋਂ ਆਪਾਂ ਡਿਨੋਮੀਨੇਸ਼ਨਾਂ ਵੇਖਦੇ, ਮਿਸ਼ਨਾਂ ਵਾਲੇ ਵੇਖਦੇ ਹਾਂ, ਹਰ ਇੱਕ ਮਿਸ਼ਨ ਦਾ ਆਪੋ ਆਪਣਾ ਬਪਤਿਸਮਾ, ਆਪੋ ਆਪਣੀ ਸਿੱਖਿਆ, ਆਪੋ ਆਪਣੀ ਤਲੀਮ ਹੈ ਸਾਰਿਆਂ ਦੀ। ਇਹ ਸਾਰੀਆਂ ਇੱਥੋਂ ਹੀ ਆ ਰਹੀਆਂ, ਇਸ ਔਰਤ ਕੋਲ ਹੀ ਆ ਰਹੀਆਂ ਨੇ ਜਿਹੜੀ ਬੀਜ ਚੁੱਕੀ, ਜਿਹਨੇ 3 ਸੇਰ ਆਟੇ ਵਿੱਚ ਖਮੀਰ ਮਿਲਾ ਦਿੱਤਾ। ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖੋ। ਸਾਰੀ ਵੀਡੀਓ, ਸਾਰੀ ਸਿੱਖਿਆ ਇਸੇ ਬੇਸ 'ਤੇ ਜਾਣੀ ਹੈ। ਤੋ ਆਓ ਹੁਣ ਅੱਗੇ ਦੇਖਦੇ ਹਾਂ ਬਪਤਿਸਮੇ ਬਾਰੇ। ਬਪਤਿਸਮਾ ਕੀ ਕਹਿੰਦਾ, ਕਿਸ ਤਰ੍ਹਾਂ ਲੈਣਾ ਚਾਹੀਦਾ? ਬਪਤਿਸਮੇ ਬਾਈਬਲ 'ਚ 5 ਕਿਸਮ ਦੇ ਬਪਤਿਸਮੇ ਆ। ਪਹਿਲਾ ਬਪਤਿਸਮਾ ਹੈਗਾ ਵਾ ਨੂਹ ਦਾ ਬਪਤਿਸਮਾ, ਦੂਸਰਾ ਮੂਸਾ ਦਾ ਬਪਤਿਸਮਾ, ਤੀਸਰਾ ਯਹੂਨਾ ਦਾ, ਤੇ ਚੌਥਾ ਹੈਗਾ ਮਸੀਹ ਦਾ, ਜਿਸ ਦੇ ਬਾਰੇ ਅੱਜ ਆਪਾਂ ਗੱਲ ਕਰਨਾ ਹੈ। ਤੇ ਪੰਜਵਾਂ ਬਪਤਿਸਮਾ ਹੈਗਾ ਪਵਿੱਤਰ ਆਤਮਾ ਦਾ ਬਪਤਿਸਮਾ, ਜਿਹਨੂੰ ਅੱਗ ਦਾ ਬਪਤਿਸਮਾ ਕਿਹਾ ਜਾਂਦਾ। ਤੋ ਆਈਏ ਵੇਖਦੇ ਹਾਂ ਮਸੀਹ ਦਾ ਬਪਤਿਸਮਾ ਕਿੱਥੇ ਪਾਇਆ ਜਾਂਦਾ ਬਾਈਬਲ ਵਿੱਚ। ਗਲਾਤੀਆਂ 3:27। ਕਿਉਂ ਜੋ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ। ਤੋ ਅੱਜ ਆਪਾਂ ਇਸੇ ਬਪਤਿਸਮੇ ਬਾਰੇ ਗੱਲ ਕਰਨੇ ਹਾਂ। ਜਿਨ੍ਹਾਂ ਨੇ ਮਸੀਹ ਦਾ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ। ਇਸੇ ਵਿਸ਼ੇ 'ਤੇ ਆਪਾਂ ਗੱਲ ਕਰਨੀ ਅੱਜ, ਇਸੇ ਬਪਤਿਸਮੇ 'ਤੇ। ਤੇ ਬਪਤਿਸਮਾ ਲੈਣਾ ਕਿਸ ਤਰੀਕੇ ਨਾਲ ਚਾਹੀਦਾ, ਪਹਿਲਾਂ ਤਾਂ ਇਹ ਦੇਖ ਲੈਂਦੇ ਹਾਂ ਕਿਸ ਪੋਜੀਸ਼ਨ 'ਚ ਲੈਣਾ ਚਾਹੀਦਾ। ਉਹਦੇ ਲਈ ਆਪਾਂ ਨੂੰ ਜਾਣਾ ਪੈਣਾ ਰੋਮੀਆਂ 6:3। ਰੋਮੀਆਂ 6:3। ਉੱਥੇ ਇਹਦੀ ਕੀ ਸਥਿਤੀ ਦੱਸੀ ਹੈ, ਕਿੱਦਾਂ ਬਪਤਿਸਮਾ ਲੈਣਾ। ਕੀ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਕਿ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ ਉਸ ਦੀ ਮੌਤ ਵਿੱਚ ਬਪਤਿਸਮਾ ਲਿਆ। ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਦੇ ਕਾਰਨ ਉਸ ਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਮਹਿਮਾ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਆਮੀਨ। ਤਾਂ ਬਪਤਿਸਮਾ ਲੈਣ ਦਾ ਤਰੀਕਾ ਰੋਮੀਆਂ 6:3 ਦੱਸਦੀ ਹੈ ਕਿਸ ਤਰੀਕੇ ਨਾਲ ਲੈਣਾ ਚਾਹੀਦਾ। ਕੁਝ ਲੋਕ ਸਾਡੇ ਹੁਣ ਜਦੋਂ ਪਾਣੀ 'ਚ ਬਪਤਿਸਮਾ ਦਿੰਦੇ ਆ ਨਾ, ਕਈ ਤਾਂ ਪਾਣੀ 'ਚ ਵੀ ਨਹੀਂ ਦਿੰਦੇ ਬਪਤਿਸਮਾ, ਉਹਨਾਂ 'ਤੇ ਵੀ ਮੈਂ ਗੱਲ ਕਰਾਂਗਾ। ਕਈ ਲੋਕ ਜਦੋਂ ਪਾਣੀ 'ਚ ਬਪਤਿਸਮਾ ਦਿੰਦੇ ਉਹ ਗਾਂ ਨੂੰ ਡੁਬਕੀ ਦਿੰਦੇ ਆ, ਗਾਂ ਨੂੰ ਡੋਬਦੇ ਆ, ਪਿੱਛੋਂ ਧੌਣ ਤੋਂ ਫੜ ਕੇ ਗਾਂ ਨੂੰ ਡੋਬ ਦਿੰਦੇ ਆ। ਉਹ ਵੀ ਬਚਨ ਦੇ ਵਿਰੁੱਧ ਆ, ਗਲਤ ਆ। ਦੂਸਰੇ ਨੰਬਰ 'ਤੇ ਕਈ ਸਿਰ ਦੇ ਉੱਤੇ ਹੱਥ ਰੱਖ ਕੇ ਤਾਂ ਠਾਹ ਨੂੰ ਡੋਬ ਦਿੰਦੇ ਆ, ਉਹ ਵੀ ਵਚਨ ਦੇ ਵਿਰੁੱਧ ਆ। ਸਹੀ ਕੀ ਆ? ਨੱਕ ਤੋਂ ਫੜ ਕੇ ਪਿਸ਼ਾਹ ਨੂੰ ਡੋਬਣਾ, ਕਿਉਂਕਿ ਲਿਖਿਆ ਨਾ ਸੋ ਉਹਦੀ ਮੌਤ ਦੇ ਨਾਲ ਉਹਦੇ ਨਾਲ ਦੱਬੇ ਗਏ। ਤਾਂ ਮੁਰਦਾ ਦੱਬਿਆ ਕਿਸ ਤਰ੍ਹਾਂ ਜਾਂਦਾ ਵਾ? ਸਿੱਧਾ ਦੱਬਿਆ ਜਾਂਦਾ ਪਿਸ਼ਾਹ ਨੂੰ। ਮੁੱਦਾ ਨਹੀਂ ਦੱਬਦਾ ਕੋਈ ਵੀ ਮੁਰਦੇ ਨੂੰ, ਤੇ ਨਾ ਠਾਹ ਨੂੰ ਬਿਠਾ ਕੇ ਦੱਬਦਾ ਕੋਈ। ਜਿਵੇਂ ਮੁਰਦੇ ਦੀ ਪੋਜੀਸ਼ਨ ਆ ਉਹ ਸੇਮ ਪੋਜੀਸ਼ਨ 'ਚ ਬਪਤਿਸਮਾ ਵਾ ਬਾਈਬਲ ਦੇ ਅਨੁਸਾਰ।
ਕੁਝ ਲੋਕ ਹੁਣ ਪਾਣੀ 'ਚ ਵੀ ਨਹੀਂ ਜਾਂਦੇ, ਉਹ ਛੱਟਾ ਦੇ ਕੇ ਸਾਰ ਦਿੰਦੇ ਆ, ਕਹਿੰਦੇ ਬਪਤਿਸਮਾ ਹੋ ਗਿਆ ਤੁਹਾਡਾ। ਹੁਣ ਕੋਈ ਸਵਾਲ ਚੁੱਕੇਗਾ ਵੀ ਕਿੱਥੇ ਲਿਖਿਆ ਪਾਣੀ 'ਚ ਜਾਣਾ ਚਾਹੀਦਾ ਬਪਤਿਸਮਾ? ਤੇ ਜਦ ਪਹਿਲਾ ਬਪਤਿਸਮਾ ਨੂਹ ਦਾ ਬਪਤਿਸਮਾ ਹੋਇਆ, ਧਰਤੀ ਕਿੱਥੇ ਗਈ? ਪਾਣੀ ਦੇ ਵਿੱਚ, ਪੂਰੀ ਧਰਤੀ ਡੁੱਬੀ ਪਾਣੀ ਦੇ ਵਿੱਚ। ਦੂਸਰੇ ਬਪਤਿਸਮੇ ਵਿੱਚ ਜੋ ਮੂਸਾ ਦਾ ਸੀ, ਲਾਲ ਸਮੁੰਦਰ ਥਾਣੀ ਸਾਰਾ ਇਸਰਾਏਲ ਲੰਘਿਆ, ਉਹ ਕਿੱਥੋਂ ਹੀ ਲੰਘਿਆ? ਪਾਣੀ ਵਿੱਚੋਂ ਦੀ। ਤੀਸਰਾ ਯਹੂਨਾ ਦਾ, ਤੇ ਯਹੂਨਾ ਨੇ ਯਿਸੂ ਮਸੀਹ ਨੂੰ ਕਿੱਥੇ ਬਪਤਿਸਮਾ ਦਾ? ਯਰਦਨ ਦੇ ਵਿੱਚ। ਉੱਥੇ ਕੀ ਪਾਣੀ ਹੀ, ਪਾਣੀ ਦੇ ਵਿੱਚ ਬਪਤਿਸਮਾ। ਤਾਂ ਇਹ ਗੱਲ ਤਾਂ ਕਲੀਅਰ ਹੋ ਗਈ। ਹੁਣ ਇੱਕ ਗੱਲ ਹੋ ਰਿਹਾ, ਹੁਣ ਕੁਝ ਲੋਕ ਕਹਿੰਦੇ ਆ ਵੀ ਮੱਤੀ 28:19 ਬਪਤਿਸਮਾ ਵੱਖਰਾ ਵਾ, ਤੇ ਰਸੂਲਾਂ ਦੇ ਕਰਤਾਬ 2:38 ਉਹ ਬਪਤਿਸਮਾ ਵੱਖਰਾ ਵਾ। ਅੱਗੇ ਕੁਝ ਭਾਈ ਕਹਿੰਦੇ ਆ ਅੱਗੇ ਜਾ ਕੇ ਕੋਈ ਨਾਮ ਨਹੀਂ ਲਿਖਿਆ, ਉਹ ਬਪਤਿਸਮਾ ਵੱਖਰਾ ਵਾ। ਕਈਆਂ ਜਗ੍ਹਾ 'ਤੇ ਨਾਮ ਨਹੀਂ ਲਿਖਿਆ, ਮੇਰਾ ਬਪਤਿਸਮਾ ਲਿਖਿਆ, ਉਹਨਾਂ ਨੇ ਬਪਤਿਸਮਾ ਲਿਆ, ਉਹ ਕਹਿੰਦੇ ਉਹ ਬਪਤਿਸਮਾ ਵੱਖਰਾ ਵਾ। ਕਿਤੇ ਯਸ਼ੂ ਪਹਿਲਾਂ ਲਿਖਿਆ, ਮਸੀਹ ਬਾਅਦ 'ਚ ਲਿਖਿਆ, ਮਸੀਹ ਪਹਿਲਾਂ ਲਿਖਿਆ, ਯਸ਼ੂ ਬਾਅਦ 'ਚ ਲਿਖਿਆ, ਉੱਥੇ ਕਹਿੰਦੇ ਨਹੀਂ ਇਹ ਬਪਤਿਸਮਾ ਵੱਖਰਾ ਵਾ। ਅਤੇ ਇਹ ਸਾਰੀਆਂ ਨਿਆਣੇ ਵਾਲੀਆਂ ਗੱਲਾਂ ਨੇ, ਇਹ ਤਾਂ ਬੱਚੇ ਨੇ ਨਿਆਣੇ ਕਰਦੇ, ਨਹੀਂ ਇੱਦਾਂ ਨਹੀਂ ਉੱਦਾਂ, ਉਹ ਸਾਰੀ ਬੱਚਿਆਂ ਵਾਲੀਆਂ ਗੱਲਾਂ ਨੇ। ਬਾਈਬਲ ਇਸ ਦੇ ਵਿਰੁੱਧ ਕੀ ਕਹਿੰਦੀ ਆ? ਅਫਸੀਆਂ 4:5 ਇੱਕੋ ਪ੍ਰਭੂ, ਇੱਕੋ ਨੇਚਾ ਔਰ ਇੱਕੋ ਹੀ ਬਪਤਿਸਮਾ ਵਾ। ਮਸੀਹ ਦਾ ਬਪਤਿਸਮਾ ਇੱਕੋ ਹੀ ਆ, ਉਹ ਚਾਹੇ ਮੱਤੀ 28:19 'ਚ ਹੋਵੇ, ਚਾਹੇ ਰਸੂਲਾਂ ਦੇ ਕਰਤਾਬ 2:38 'ਚ ਹੋਵੇ, ਚਾਹੇ ਰਸੂਲਾਂ ਦੇ ਕਰਤਾਬ 19  'ਚ ਹੋਵੇ, ਜਿੱਥੇ ਵੀ ਬਪਤਿਸਮਾ ਹੋਵੇ ਨਵੇਂ ਨੇਮ ਦਾ, ਪੂਰੇ ਨਵੇਂ ਨੇਮ ਦਾ ਇੱਕੋ ਹੀ ਬਪਤਿਸਮਾ। ਇਸ ਗੱਲ ਨੂੰ ਨੋਟ ਕਰ ਲਓ। ਜੇ ਤੁਸੀਂ ਇੱਕ ਤੋਂ ਵੱਧ ਸਮਝਦੇ ਜੇ ਮੱਤੀ 28 'ਚ ਕੁਝ ਆ, ਉੱਥੇ ਕੁਝ ਆ, ਉਹ ਤੁਹਾਡੀ ਦਿਮਾਗ ਦੀ ਪ੍ਰੋਬਲਮ ਆ। ਬਾਈਬਲ 'ਚ ਕੋਈ ਪ੍ਰੋਬਲਮ ਨਹੀਂ ਉੱਥੇ, ਉਹ ਤੁਹਾਡੇ ਦਿਮਾਗ 'ਚ ਕੋਈ ਕੀੜਾ ਵੜਿਆ ਇੱਦਾਂ ਦਾ ਜਿਹੜਾ ਇਹ ਚੀਜ਼ ਪਾਉਂਦਾ ਤੁਹਾਡੇ ਮਨ 'ਚ। ਪੂਰੇ ਨਵੇਂ ਨੇਮ ਦਾ ਬਪਤਿਸਮਾ ਇੱਕ ਆ, ਪ੍ਰਭੂ ਇੱਕ ਆ, ਵਿਸ਼ਵਾਸ ਪੂਰੇ ਨਵੇਂ ਨੇਮ ਦਾ ਇੱਕ ਆ। ਅਤੇ ਜਿਹੜੀਆਂ ਤੂੰ ਹੁਣ ਮੈਂ ਤੈਨੂੰ ਪਹਿਲਾਂ ਵੀ ਸ਼ੁਰੂ ਤੋਂ ਪੜ੍ਹਾਇਆ ਮੱਤੀ 13 ਵੀ ਜਿੱਥੇ ਕਨਫਿਊਜ਼ਨ ਆ ਉੱਥੇ ਜੰਗਲੀ ਬੂਟੀ ਆ, ਇਹ ਗੱਲ ਨੋਟ ਕਰ ਲਓ। ਬਾਈਬਲ 'ਚ ਕੋਈ ਕਨਫਿਊਜ਼ਨ ਨਹੀਂ ਆ। ਮੈਂ ਫੇਰ ਕਹਿਣਾ ਤੁਹਾਨੂੰ, ਬਾਈਬਲ ਆਪਣੀ ਐਤ ਨੂੰ ਆਪ ਨਹੀਂ ਕੱਟਦੀ। ਇੱਕ ਐਤ ਕੁਝ ਕਹੇ, ਦੂਜੀ ਐਤ ਕੁਝ ਕਹੇ, ਇਸ ਤਰ੍ਹਾਂ ਬਾਈਬਲ 'ਚ ਕਿਤੇ ਵੀ ਨਹੀਂ ਮਿਲਦਾ। ਬਾਈਬਲ ਪੂਰੀ ਜਿੱਦਾਂ ਕਹਿੰਦੇ ਨਾ, ਪੂਰੀ ਇੱਕ ਤੰਦ 'ਚ ਵੱਜੀ ਆ, ਨਾ ਇੱਧਰ ਹੈ ਨਾ ਉੱਧਰ ਹੈ। ਹਰ ਇੱਕ ਐਤ ਇੱਕ ਦੂਜੀ ਦਾ ਨਾਲ ਜੁੜਦੀ ਆ, ਇੱਕ ਦੂਜੇ ਦਾ ਵਿਰੋਧ ਕੋਈ ਐਤ ਨਹੀਂ ਕਰਦੀ ਬਾਈਬਲ 'ਚ। ਤਾਂ ਉਹ ਹੁਣ ਵੇਖਦੇ ਆ ਜਿਹੜੀ ਰੂਟ ਆ ਬਪਤਿਸਮੇ ਦੀ, ਜਿਹੜੀ ਜੜ੍ਹ ਆ ਮੱਤੀ 28:19। ਆਪਾਂ ਮੱਤੀ 28:18 ਤੋਂ ਪੜ੍ਹਦੇ ਹੁੰਦੇ ਹਾਂ। ਅਤੇ ਯਿਸੂ ਨੇ ਕੋਲ ਆ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਆਮੀਨ। ਹੁਣ ਇੱਥੇ 3 ਨਾਮ ਆ ਗਏ, ਪਿਤਾ ਆ ਗਿਆ, ਪੁੱਤਰ ਆ ਗਿਆ, ਪਵਿੱਤਰ ਆਤਮਾ ਆ ਗਿਆ। ਪਿਛਲੀਆਂ ਕਮਾਂਡਮੈਂਟਾਂ ਜਿੰਨੀਆਂ ਵੀ ਯਿਸੂ ਮਸੀਹ ਨੇ ਚੇਲਿਆਂ ਨੂੰ ਦਿੱਤੀਆਂ, ਉੱਥੇ ਸਾਰੀਆਂ 'ਚ ਉਹਨੇ ਕਿਹਾ ਜਾਓ ਜਾ ਕੇ ਮੇਰੇ ਨਾਂ 'ਤੇ ਆਹ ਕਰੋ, ਮੇਰੇ ਨਾਂ 'ਤੇ ਉਹ ਕਰੋ, ਮੇਰੇ ਨਾਂ 'ਤੇ ਬਿਮਾਰ ਠੀਕ ਕਰੋ, ਮੇਰੇ ਨਾਂ 'ਤੇ ਸਭ ਕੁਝ ਉਹਨੇ ਕਿਹਾ ਮੇਰੇ ਨਾਂ 'ਤੇ ਕਰੋ। ਜਦ ਬਪਤਿਸਮੇ ਦੀ ਵਾਰੀ ਆਈ, ਉੱਥੇ ਕਿਹਾ ਪਿਤਾ ਦੇ ਨਾਮ 'ਤੇ, ਪੁੱਤਰ ਦੇ ਨਾਮ 'ਤੇ, ਪਵਿੱਤਰ ਆਤਮਾ ਦੇ ਨਾਮ 'ਤੇ ਬਪਤਿਸਮਾ ਦਿਓ। ਇੱਥੇ ਭੇਤ ਆ ਕੋਈ, ਇੱਥੇ ਵੀ ਸਿੱਧਾ ਕਹਿ ਸਕਦਾ ਸੀ ਵੀ ਜਾਓ ਜਾ ਕੇ ਮੇਰੇ ਨਾਂ 'ਤੇ ਬਪਤਿਸਮਾ ਦਿਓ, ਪਰ ਇੱਥੇ ਨਹੀਂ ਕਿਹਾ। ਇਹ ਮੈਂ ਤੁਹਾਨੂੰ ਅੱਗੇ ਜਾ ਕੇ ਸਮਝਾਵਾਂਗਾ ਕਿਉਂ ਨਹੀਂ ਕਿਹਾ ਇੱਥੇ। ਹੁਣ ਆਪਾਂ ਦੇਖਦੇ ਹਾਂ ਇੱਥੇ 3 ਨਾਮ ਨੇ। ਪਹਿਲਾ ਆਉਂਦਾ ਪਿਤਾ ਦਾ ਨਾਮ, ਦੂਸਰਾ ਆਉਂਦਾ ਪੁੱਤਰ ਦਾ ਨਾਮ, ਤੀਸਰਾ ਆਉਂਦਾ ਪਵਿੱਤਰ ਆਤਮਾ ਦਾ ਨਾਮ। ਹੁਣ ਕੁਝ ਲੋਕ ਕੀ ਕਹਾਂ ਉਹਨਾਂ ਨੂੰ ਮੈਂ, ਉਹ ਪਿਤਾ ਦਾ ਨਾਮ ਪਿਤਾ ਹੀ ਸਮਝੀ ਜਾਂਦੇ ਆ, ਔਰ ਪੁੱਤਰ ਦਾ ਨਾਮ ਪੁੱਤਰ ਹੀ ਸਮਝੀ ਜਾਂਦੇ,
ਔਰ ਪਵਿੱਤਰ ਆਤਮਾ ਦਾ ਨਾਮ ਪਵਿੱਤਰ ਆਤਮਾ ਹੀ ਸਮਝੀ ਜਾਂਦੇ ਹਨ। ਔਰ ਇਸੇ ਨਾਮ 'ਚ ਹਾਲੇਲੂਇਆ ਬੋਲ ਕੇ ਬਪਤਿਸਮਾ ਦੇ ਦਿੰਦੇ। ਪਿਤਾ ਦਾ ਨਾਮ ਕੀ ਆ? ਪੁਰਾਣੇ ਨੇਮ 'ਚ ਜਾਣਾ ਪਊਗਾ। 7 ਨਾਮ ਆ ਪਿਤਾ ਦੇ। ਨਵੇਂ ਨੇਮ 'ਚ ਆ ਜਾਓ, ਪੁੱਤਰ ਦਾ ਨਾਮ ਯਸ਼ੂ ਆ। ਤੇ ਉਹ ਕੀ ਕਹਿੰਦੇ? ਪਿਤਾ ਦਾ ਨਾਮ ਪਿਤਾ ਹੀ ਆ, ਪੁੱਤਰ ਦਾ ਨਾਮ ਪੁੱਤਰ ਹੀ ਆ, ਔਰ ਪਵਿੱਤਰ ਆਤਮਾ ਦਾ ਨਾਮ ਪਵਿੱਤਰ ਆਤਮਾ ਹੀ ਹੈ। ਇਹ ਸਾਰੀ ਗਲਤ ਸਿੱਖਿਆ ਵਾ। ਪਿਤਾ ਦਾ ਨਾਮ ਯਹੋਵਾ ਵਾ, ਇਲੋਹੀਮ ਆ, ਅਦੋਨੋਈ ਆ। ਕਿੰਨੇ ਨਾਮ? 7 ਨਾਮ ਆ ਪੁਰਾਣੇ ਨੇਮ 'ਚ ਪਿਤਾ ਦੇ। ਔਰ ਨਵੇਂ ਨੇਮ 'ਚ ਪੁੱਤਰ ਕੋ ਵੀ ਨਾਮ ਹੈਗਾ ਵਾ, ਯਸ਼ੂ। ਉਹ ਕਹਿੰਦੇ ਆ ਪਿਤਾ ਦਾ ਨਾਮ ਪਿਤਾ ਵਾ, ਪੁੱਤਰ ਦਾ ਨਾਮ ਪੁੱਤਰ ਆ, ਪਵਿੱਤਰ ਆਤਮਾ ਨਾਮ ਪਵਿੱਤਰ ਆਤਮਾ। ਬਸ ਖਤਮ ਕਹਾਣੀ। ਇੱਥੇ ਹੀ ਬਸ ਮਾਰ ਖਾਂਦੇ ਸਾਰੇ। ਜਦ ਉਹਦਾ ਨਾਮ ਨਹੀਂ ਪਤਾ, ਬਪਤਿਸਮਾ ਕਿਸ ਨਾਮ 'ਚ ਦਿੰਦੇ? ਪਿਤਾ ਦਾ ਨਾਮ ਪਿਤਾ। ਪਿਤਾ ਦਾ ਨਾਮ ਪਿਤਾ ਥੋੜ੍ਹੀ ਆ। ਪਿਤਾ ਦੇ 7 ਨਾਮ ਆ, 7 ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਆਪਾਂ। ਪੁੱਤਰ ਕੋਲ ਇੱਕ ਨਾਮ ਹੈ ਯਸ਼ੂ, ਤੇ ਪਵਿੱਤਰ ਆਤਮਾ ਉਹਦਾ ਕੋਈ ਨਾਮ ਨਹੀਂ। ਪੂਰੀ ਬਾਈਬਲ ਪੜ੍ਹ ਲਓ, ਕਿਤੇ ਨਹੀਂ ਕੋਈ ਦਿਖਾ ਸਕਦਾ ਉਹਦਾ ਨਾਮ ਕੀ ਹੈ, ਪਵਿੱਤਰ ਆਤਮਾ। ਹੁਣ ਸਭ ਤੋਂ ਵੱਡਾ ਭੇਦ ਤੇ ਇਸੇ ਐਤ ਵਿੱਚ ਆ। ਇਹ ਐਤ ਕਿਉਂ ਲਿਖੀ ਗਈ, ਇਹ ਮੈਂ ਤੁਹਾਨੂੰ ਐਂਡ ਤੇ ਸਮਝਾਵਾਂਗਾ। ਇਹ ਐਤ ਇੱਥੇ ਕਿਉਂ ਲਿਖੀ ਗਈ, ਕਿਸੇ ਨੂੰ ਕਨਫਿਊਜ਼ ਕਰਨ ਦੇ ਲਈ ਲਿਖੀ ਗਈ ਐਤ। ਕਨਫਿਊਜ਼ ਨਹੀਂ ਕਹਿ ਸਕਦਾ ਮੈਂ, ਉਹਦੇ ਲਈ ਰੱਖੀ ਗਈ ਐਤ। ਜਿਹੜੀ ਔਰਤ ਆਪਾਂ ਪੜ੍ਹ ਕੇ ਆਏ ਨਾ 13 'ਚ, ਇਹ ਉਹਦੇ ਲਈ ਐਤ ਕਿ ਉਹ ਇੱਥੋਂ ਦੀ ਐਂਟਰ ਹੋ ਸਕਦੀ ਹੈ ਮਸੀਹਤ ਵਿੱਚ। ਇਸ ਐਤ ਤੋਂ ਬਗੈਰ ਉਹ ਐਂਟਰ ਨਹੀਂ ਹੋ ਸਕਦੀ, ਖਮੀਰ ਨਹੀਂ ਮਿਲਾ ਸਕਦੀ। ਮੈਂ ਅੱਗੇ ਜਾ ਕੇ ਸਮਝਾਵਾਂਗਾ ਤੁਹਾਨੂੰ ਲਾਸਟ 'ਤੇ। ਹੁਣ ਇੱਥੇ ਆਉਂਦੇ ਆ 3 ਨਾਮ, ਪਿਤਾ ਦਾ ਨਾਮ, ਪੁੱਤਰ ਦਾ ਨਾਮ ਔਰ ਪਵਿੱਤਰ ਆਤਮਾ ਦਾ ਨਾਮ। ਸਭ ਤੋਂ ਪਹਿਲਾਂ ਆਪਾਂ ਪਿਤਾ ਦਾ ਨਾਮ ਲੈਂਦੇ ਹਾਂ। ਪਿਤਾ ਦਾ ਨਾਮ 7 ਆ। ਇਲੋਹੀਮ ਆ ਪਹਿਲਾਂ ਆਉਂਦਾ, ਉਤਪਤੀ 1 'ਚ ਆ ਜਾਂਦਾ ਇਲੋਹੀਮ। ਯਹੋਵਾ ਵਾ, ਅਦਨ ਇਲੋਹੀਮ ਆ, ਮੈਂ ਹੂੰ ਆ। 7 ਨਾਮ ਆ ਟੋਟਲ। 7 ਵਿੱਚ ਆਪਾਂ ਕੋਈ ਵੀ ਯੂਜ਼ ਕਰ ਲਿਆ, ਚਲੋ ਯਹੋਵਾ ਯੂਜ਼ ਕਰ ਲਿਆ। ਪੁੱਤਰ ਦਾ ਨਾਮ ਯਸ਼ੂ ਆ। ਪਵਿੱਤਰ ਆਤਮਾ ਦਾ ਨਾਮ ਕਿੱਥੋਂ ਲਿਆਵਾਂਗੇ ਹੁਣ? ਉਹ ਬਾਈਬਲ 'ਚ ਹੈ ਹੀ ਨਹੀਂ। ਕੋਈ ਜਿਸ ਨੂੰ ਪਤਾ ਹੋਏ ਉਹ ਕਮੈਂਟ 'ਚ ਦੱਸ ਸਕਦਾ ਕਿ ਪਵਿੱਤਰ ਆਤਮਾ ਨਾਮ ਕੀ ਹੈ। ਸਮਝ ਗਏ? ਦੂਸਰੇ ਨੰਬਰ 'ਤੇ ਇੱਥੇ ਨਾਮ 3 ਨਾਮ ਆ। ਜਦੋਂ ਆਪਾਂ ਇੰਗਲਿਸ਼ ਦੀ ਬਾਈਬਲ 'ਚ ਪੜ੍ਹਦੇ ਹਾਂ ਤੇ ਜਿਹੜਾ ਨੇਮ ਹੈ ਉਹਨਾਂ ਦੇ ਨਾਮ ਵਿੱਚ ਬਪਤਿਸਮਾ, ਇੱਕ ਨਾਮ ਵਿੱਚ ਬਪਤਿਸਮਾ। ਨਾਮਾਂ ਵਿੱਚ ਨਹੀਂ ਲਿਖਿਆ, ਨਾ ਨੇਮਸ ਲਿਖਿਆ, ਉੱਥੇ ਸਿਰਫ ਨਾਮ ਲਿਖਿਆ। ਇੰਗਲਿਸ਼ 'ਚ ਵੀ ਨੇਮ ਲਿਖਿਆ ਅਤੇ ਪੰਜਾਬੀ 'ਚ ਨਾਮ ਲਿਖਿਆ। ਹੁਣ ਜਦੋਂ ਆਪਾਂ ਮੰਨ ਲਓ ਯਹੋਵਾ ਲਿਖ ਲੈਂਦੇ ਹਾਂ ਪਹਿਲਾਂ ਪਿਤਾ ਦਾ ਨਾਮ, ਦੂਸਰੇ ਨੰਬਰ ਪੁੱਤਰ ਦਾ ਨਾਮ ਯਸ਼ੂ ਹੀ ਆ, ਉਹ ਤਾਂ ਸਭ ਨੂੰ ਪਤਾ। ਪਵਿੱਤਰ ਆਤਮਾ ਦਾ ਕੋਈ ਵੀ ਲਿਖ ਲੈਂਦੇ, ਚਲੋ ਆਪਾਂ ਨੂੰ ਨਹੀਂ ਪਤਾ, ਲਿਖਿਆ ਵੀ ਨਹੀਂ ਹੈ ਬਾਈਬਲ 'ਚ ਪਵਿੱਤਰ ਆਤਮਾ ਨਾਮ ਕੀ ਆ, ਕੋਈ ਵੀ ਲਿਖ ਲੈਂਦੇ ਆਪਾਂ, ਤਾਂ 3 ਨਾਮ ਹੋ ਜਾਂਦੇ ਆ। ਫਿਰ ਵੀ ਆਪਾਂ ਇਸ ਐਤ 'ਤੇ ਪੂਰੇ ਨਹੀਂ ਉਤਰਦੇ, ਕਿਉਂਕਿ ਉੱਥੇ ਲਿਖਿਆ ਨਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਨਾਮਾਂ ਨਹੀਂ ਲਿਖਿਆ। ਅਤੇ ਜੇ ਆਪਾਂ 3 ਨਾਮ ਇਹਨਾਂ ਦੇ ਬਣਾ ਵੀ ਲਈਏ, ਪਿਤਾ ਦਾ ਨਾਮ ਯਹੋਵਾ ਲਾ ਲਓ, ਪੁੱਤਰ ਦਾ ਨਾਮ ਯਸ਼ੂ ਲਾ ਲਓ, ਤਾਂ ਪਵਿੱਤਰ ਆਤਮਾ ਦਾ ਚਲੋ ਪਵਿੱਤਰ ਆਤਮਾ ਹੀ ਲਾ ਲਓ, ਤਾਂ ਵੀ ਆਪਾਂ ਇਸ ਐਤ 'ਤੇ ਪੂਰੇ ਖਰੇ ਨਹੀਂ ਉਤਰਦੇ। ਇਹਨਾਂ ਦਾ ਇੱਕ ਨਾਮ ਹੋਣਾ ਚਾਹੀਦਾ, ਤਿੰਨਾਂ ਦਾ ਕੋਈ ਐਸਾ ਨਾਮ ਹੋਣਾ ਚਾਹੀਦਾ ਜਿਹੜਾ ਤਿੰਨਾਂ ਦਾ ਇੱਕੋ ਹੀ ਹੋਏ। ਉਹੀ ਆਪਾਂ ਬਾਈਬਲ 'ਚੋਂ ਲੱਭਣਾ, ਤਿੰਨਾਂ ਦਾ ਇੱਕੋ ਨਾਮ ਕਿਹੜਾ। ਅਤੇ ਜਦੋਂ ਆਪਾਂ ਪੁੱਤਰ ਦਾ ਵੇਖਦੇ ਹਾਂ ਅਤੇ ਪੁੱਤਰ ਤਾਂ ਸਾਫ਼ ਕਹਿੰਦਾ ਮੈਂ ਆਪਣੇ ਪਿਤਾ ਦੇ ਨਾਮ 'ਚ ਆਇਆ। ਕਿੱਥੇ ਕਹਿੰਦਾ? ਮੈਂ ਐਤ ਲਿਖਾਂਗਾ ਨਹੀਂ ਇੱਥੇ, ਸਿਰਫ ਦੱਸਾਂਗਾ ਜਿਹੜੇ ਨਵੇਂ ਆ। ਕੁਝ ਮੇਰੇ ਭਰਾਵਾਂ ਨੂੰ ਉਸ ਐਤ ਤੋਂ ਕੀ ਕਹਿੰਦੇ ਐਲਰਜੀ ਹੋ ਗਈ ਆ, ਕੀ ਕਹਿੰਦੇ ਐਂਡ ਟਾਈਮ ਮੈਸੇਜ ਵਾਲਿਆਂ ਨੇ ਐਤ ਘਸਾ ਹੀ ਛੱਡੀ ਹੈ ਬੋਲ ਕੇ। ਯਹੂਨਾ 5:43 ਉੱਥੇ ਸਾਫ਼ ਯਿਸੂ ਮਸੀਹ ਕਹਿੰਦੇ ਆ ਮੈਂ ਆਪਣੇ ਨਾਮ 'ਤੇ ਆਇਆ ਹੀ ਨਹੀਂ, ਮੈਂ ਤਾਂ ਆਪਣੇ ਪਿਤਾ ਦੇ ਨਾਮ 'ਤੇ ਆਇਆ।
ਹੁਣ ਜੋ ਮੇਰਾ ਨਾਮ ਪੁੱਤਰ ਦਾ ਵਾ ਉਹਦਾ ਨਾਮ ਯਸ਼ੂ ਆ, ਤੇ ਫਿਰ ਪਿਤਾ ਦਾ ਨਾਮ ਵੀ ਯਸ਼ੂ ਹੀ ਹੋਏਗਾ। ਸੋਚਣ ਵਾਲੀ ਗੱਲ ਆ। ਤਾਂ ਆਓ ਇਸ ਨੂੰ ਕਲੀਅਰ ਕਰਦੇ ਹਾਂ ਕਿ ਸੱਚਮੁੱਚ ਯਸ਼ੂ ਸੱਚ ਹੀ ਕਹਿ ਰਿਹਾ ਜਾਂ ਝੂਠ ਬੋਲ ਰਿਹਾ। ਉਹਦੇ ਲਈ ਆਪਾਂ ਨੂੰ ਜਾਣਾ ਪਊਗਾ। ਉਹ ਮੈਂ ਜਿਹੜੀ ਆਇਤ 5 ਦੀ 43 ਉਹ ਲਿਖਾਂਗਾ ਨਹੀਂ, ਇੱਥੇ ਸਿਰਫ ਦੱਸ ਦਿੱਤਾ ਨਵਿਆਂ ਨੂੰ। 5 ਦੀ 43 'ਚ ਸਾਫ਼ ਕਹਿੰਦਾ। ਅਗਲੀ ਆਇਤ ਦੇਖਦੇ ਹਾਂ, ਯਹੂਨਾ ਉਹਦੀ 17 ਦੀ 11। ਉੱਥੇ ਕੀ ਕਹਿੰਦਾ ਯਸ਼ੂ? ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ, ਇਹਨਾਂ ਦੀ ਰੱਖਿਆ ਕਰੀਂ ਆਪਣੇ ਨਾਮ ਦੀ ਸ਼ਕਤੀ ਨਾਲ। ਪਿਤਾ ਨੂੰ ਕਹਿੰਦਾ ਆਪਣੇ ਨਾਮ ਦੀ ਸ਼ਕਤੀ ਨਾਲ ਇਹਨਾਂ ਦੀ ਰੱਖਿਆ ਕਰੀਂ। ਅੱਗੇ ਧਿਆਨ ਦੇਣਾ ਥੋੜ੍ਹਾ। ਜੋ ਤੂੰ ਮੈਨੂੰ ਦਿੱਤਾ, ਪਿਤਾ ਨੂੰ ਪ੍ਰਭੂ ਯਸ਼ੂ ਪੁੱਤਰ ਕਹਿ ਰਿਹਾ, ਯਸ਼ੂ ਨਹੀਂ ਮੰਗਾਂਗਾ। ਆਪਣੇ ਉਸ ਨਾਮ ਦੀ ਸ਼ਕਤੀ ਨਾਲ ਇਹਨਾਂ ਦੀ ਰੱਖਿਆ ਕਰੀ ਜਿਹੜਾ ਨਾਮ ਤੂੰ ਮੈਨੂੰ ਦਿੱਤਾ। ਤੇ ਯਾਨੀ ਕਿ ਜਿਹੜਾ ਯਸ਼ੂ ਕੋਲ ਨਾਮ ਆ ਉਹਦਾ ਆਪਣਾ ਨਾਮ ਨਹੀਂ ਆ, ਉਹ ਉਹਦੇ ਪਿਤਾ ਦਾ ਨਾਮ ਆ। ਯਹੂਨਾ 5 ਦੀ 43 'ਚ ਸਾਫ਼ ਦੱਸਦਾ। ਇੱਥੇ ਵੀ ਦੱਸ ਰਿਹਾ, ਇਹਨਾਂ ਦੀ ਰੱਖਿਆ ਕਰੀ ਆਪਣੇ ਨਾਮ ਦੀ ਸ਼ਕਤੀ ਨਾਲ। ਇਹਨਾਂ ਦੀ ਰੱਖਿਆ ਕਰੀ ਜੋ ਤੂੰ ਮੈਨੂੰ ਦਿੱਤਾ, ਤਾਂ ਜੋ ਇਹ ਇੱਕ ਹੋਣ ਜਿਵੇਂ ਤੂੰ ਤੇ ਮੈਂ ਇੱਕ ਹਾਂ। ਹੁਣ ਇੱਥੇ ਯਸ਼ੂ ਕਹਿੰਦਾ, ਪੁੱਤਰ ਕਹਿੰਦਾ ਜਿਹੜਾ ਮੇਰਾ ਨਾਮ ਆ ਉਹ ਮੇਰੇ ਪਿਤਾ ਨੇ ਦਿੱਤਾ ਮੈਨੂੰ। ਯਸ਼ੂ ਦਾ ਪੁੱਤਰ ਦਾ ਨਾਮ ਅਸੀਂ ਜਾਣਦੇ ਯਸ਼ੂ, ਤੇ ਪਿਤਾ ਦਾ ਨਾਮ ਕੀ ਹੋ ਗਿਆ? ਯਸ਼ੂ। ਯਸ਼ੂ ਆ, ਦੱਸਿਆ ਤਾਂ ਨਹੀਂ ਇੱਥੇ ਵੀ ਯਸ਼ੂ ਉਹਦਾ ਨਾਮ। ਹੋ ਸਕਦਾ ਯਸ਼ੂ ਝੂਠ ਹੀ ਬੋਲਦਾ ਹੈ। ਅੱਜ ਹੋਰ ਐ ਦੇਖਦੇ ਹਾਂ ਇੱਕ, ਉੱਥੇ ਕੀ ਕਹਿੰਦਾ? ਫਿਲਿੱਪੀਆਂ 2 ਦੀ 9। ਫਿਲਿੱਪੀਆਂ 2 ਦੀ 9। ਇਸ ਕਾਰਨ ਪਰਮੇਸ਼ਵਰ ਨੇ ਵੀ ਉਸ ਨੂੰ ਅਤਿ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਨਾਮ ਹੈ। ਯਹੂਨਾ 17 ਦੀ 11 'ਚ ਪੁੱਤਰ ਕਹਿ ਰਿਹਾ ਕਿ ਮੈਨੂੰ ਪਿਤਾ ਨੇ ਨਾਮ ਦਿੱਤਾ। ਤੇ ਫਿਲਿੱਪੀਆਂ 2 ਦੀ 9 'ਚ ਪਿਤਾ ਕਹਿ ਰਿਹਾ, ਪਿਤਾ ਦੇ ਵੱਲੋਂ ਕਹਿ ਰਿਹਾ ਸਾਨੂੰ ਉਸ ਨੂੰ ਉਹ ਨਾਮ ਦਿੱਤਾ ਗਿਆ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਆ। ਉੱਥੇ ਕੀ ਲਿਖਿਆ? ਇਸ ਕਾਰਨ ਪਰਮੇਸ਼ਵਰ ਨੇ, ਖੁਦਾ ਨੇ ਉਸ ਨੂੰ ਉਹ ਨਾਮ ਦਿੱਤਾ। ਇਹਦਾ ਮਤਲਬ ਜੇ ਯਸ਼ੂ ਝੂਠ ਬੋਲ ਰਿਹਾ ਵੀ ਇੱਥੇ ਮੈਨੂੰ ਮੇਰੇ ਪਿਤਾ ਨੇ, ਮੇਰਾ ਨਾਮ ਮੇਰੇ ਪਿਤਾ ਦਾ ਵਾ, ਚਲੋ ਯਸ਼ੂ ਤਾਂ ਝੂਠ ਬੋਲ ਸਕਦਾ, ਪਿਤਾ ਵੀ ਝੂਠ ਬੋਲਦਾ ਹੋਊਗਾ ਉੱਤੇ ਫਿਲਿੱਪੀਆਂ 2 ਦੀ 9 'ਚ। ਧਿਆਨ ਨਾਲ ਪੜ੍ਹੋ ਫਿਲਿੱਪੀਆਂ 2 ਦੀ 9 ਨੂੰ। ਇਸ ਕਾਰਨ ਪਰਮੇਸ਼ਵਰ ਨੇ ਵੀ ਉਸ ਨੂੰ ਅਤਿ ਉੱਚਾ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ। ਅੱਗੇ ਨਾਮ ਹੀ ਦੱਸਦਾ ਕਿਹੜਾ ਦਿੱਤਾ 10ਵੀਂ ਆਇਤ 'ਚ, ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਸ਼ੂ ਦੇ ਨਾਮ ਵਿੱਚ ਹਰ ਗੋਡਾ ਨਵਾਇਆ ਜਾਵੇ। ਆਮੀਨ। ਇਹ ਆਇਤ ਸਾਬਤ ਕਰਦੀ ਹੈ ਫਿਲਿੱਪੀਆਂ 2 ਦੀ 9-10 ਵੀ ਜਿਹੜਾ ਨਾਮ ਪੁੱਤਰ ਦਾ ਵਾ ਉਹੀ ਨਾਮ ਉਹਦੇ ਪਿਤਾ ਦਾ, ਤੇ ਪਿਤਾ ਨੇ ਹੀ ਆਪਣਾ ਨਾਮ ਯਸ਼ੂ ਨੂੰ ਪੁੱਤਰ ਨੂੰ ਦਿੱਤਾ। ਤੋ ਕੁਝ ਲੋਕਾਂ ਦਾ ਅਜੇ ਵੀ ਸਵਾਲ ਹੋਏਗਾ, ਅਜੇ ਵੀ ਉਹ ਵਿਸ਼ਵਾਸ ਨਹੀਂ ਕਰਨਗੇ ਕਿ ਜਿਹੜਾ ਪਿਤਾ ਦਾ ਨਾਮ ਆ ਉਹੀ ਉਹਦੇ ਪੁੱਤਰ ਦਾ ਨਾਮ ਆ। ਦੋਨਾਂ ਦਾ ਨਾਮ ਇੱਕ ਹੀ ਆ, ਪਿਤਾ ਦਾ ਨਾਮ ਵੀ ਇੱਕ ਹੀ ਆ, ਪੁੱਤਰ ਦਾ ਨਾਮ ਵੀ ਇੱਕ ਹੀ ਆ। ਅਜੇ ਵੀ ਵਿਸ਼ਵਾਸ ਲੋਕੀ ਨਹੀਂ ਕਰਨਗੇ ਪੱਕਾ ਵਾ, ਕਿਉਂਕਿ ਥੋਮਾ ਉਹਨਾਂ ਚਿਰ ਵਿਸ਼ਵਾਸ ਨਹੀਂ ਕੀਤਾ ਥੋਮਾ ਨੇ ਜਿੰਨਾ ਚਿਰ ਉਹਦੀ ਵੱਖੀ 'ਚ ਯਸ਼ੂ ਦੀ ਹੱਥ ਨਹੀਂ ਪਾ ਲਏ। ਜਿੰਨਾ ਚਿਰ ਯਸ਼ੂ ਦੀ ਵੱਖੀ 'ਚ ਹੱਥ ਨਹੀਂ ਪਾ ਕੇ ਵੇਖਿਆ ਉਹਨੇ, ਉਹਨਾਂ ਚਿਰ ਯਸ਼ੂ 'ਤੇ ਵਿਸ਼ਵਾਸ ਨਹੀਂ ਕੀਤਾ ਉਹਨੇ। ਅੱਜ ਵੀ ਕੁਝ ਲੋਕ ਹੋਣਗੇ ਜਿਹੜੇ ਵਿਸ਼ਵਾਸ ਨਹੀਂ ਕਰਨਗੇ ਉਹਨਾਂ ਚਿਰ ਜਿੰਨਾ ਚਿਰ ਉਹਦੇ ਜ਼ਖਮਾਂ 'ਚ ਹੱਥ ਨਾ ਪਾ ਲੈਣਾ। ਤਾਂ ਉਹ ਦੇਖਦੇ ਹਾਂ, ਕਹਿਣਗੇ ਵੀ ਨਵੇਂ ਨੇਮ 'ਚੋਂ ਤੇ ਹੈਗਾ ਵਾ, ਪੁਰਾਣੇ ਨੇਮ 'ਚੋਂ ਦਿਖਾਓ ਵੀ ਯਸ਼ੂ ਦਾ ਪੁੱਤਰ ਦਾ ਨਾਮ ਯਸ਼ੂ ਹੀ ਹੈ।
पिता का नाम यशु ही है। तो अज पुराने नेम च भी दिखाना मैं भी पुराने नेम च भी उसका नाम यशु ही है। किदा? पिता का। पिता के 7 नाम आ, 8वां भी हो सकता उसका नाम। जे 7 रख सकता तो 8वां भी रख सकता वा, उन्होंने हक आ। 9 भी रख सकता वा, वो प्रकाश की पोथी च हैगा एक, वो बाद च दिखावांगा किते। 7 ਉਹਦੇ ਕੋਲ ਹੈਗੇ ਆ पिता ਕੋਲ नाम अपने। 8वां नाम उन्हें पुत्र ਨੂੰ ਦਿੱਤਾ अपना, वो नाम ਉਹਦੇ पिता ਦਾ ही है। वो पिता का नाम, अपना नाम ही यशु ਨੂੰ पुत्र ਨੂੰ ਦਿੱਤਾ उन्हें, वो नाम की है यशु। आइए देखते हैं कि सचमुच हैगा भी है कि मैं झूठी बोलन दिया। तो पढ़ते हैं पहला आप यूहन्ना 17:6 की कहती है उस नाम बारे। जब पंजाबी च पढ़ांगे तो पंजाबी च साफ नहीं लिखा की लिखा उत्थे, तो मैं इंग्लिश च पढ़ लगा। इंग्लिश मेरी वैसे उदां दी है। यूहन्ना 17:6 यशु कहता च I revealed your name to the people। फिर पढ़ लगा मैं I revealed your name to the people। कहने का मतलब है मैं तेरा नाम इन्हां मनुखां उत्ते प्रगट किया। केड़ा नाम? यशु नाम प्रगट किया उन्हें पिता का। ये प्रगट किया, रिवील्ड किया, इंग्लिश रिवील्ड आया, तो मतलब आ रिवील्ड का ओपोजिट की होंदा? हाइड जां कंसील्ड। कंसील्ड जां हाइड उदों होंदा जो उन्होंने वेख्या ना जा सके पर होए उत्थे ही हो। जिद्दां आपां अपने मोबाइल 'च कोई ऐप हाइड कर देने आ, हुंदी साडे मोबाइल 'च पर दिखदी नहीं हो। इस तरह यशु नाम पिता का जोड़ा वा वो हाइड आ पुराने नेम में। इत्थे यशु की कह रहा, पुत्र की कह रहा यूहन्ना 17:6 आई रिवील्ड यूर नेम ऑन द पीपल। की लिखा? सॉरी, आई रिवील्ड यूर नेम टू द पीपल होम यू हैव गिवन मी आउट ऑफ द वर्ल्ड। जो तू मैनू इस संसार में दिते। किहड़े संसार में दिते? चेले दिते उन्होंने, चेलियां ते उन्हें वो नाम प्रगट कर दिता कि पिता का नाम यशु आ। इसे लई पतरस ने रसूलां दी किताब 2:38 विच प्रभु यशु मसीह के नाम च बपतिस्मा दिता। पुराने नेम च रिवील्ड नहीं होया वो नाम, नवे नेम च रिवील्ड होया। पुराने नेम च अजे भी कंसील्ड ही है, अजे भी हाइड ही है वो नाम, पर मैं दिखावांगा कित्थे है हाइड। हुण इत्थे फिर एक सवाल उठदा, कुछ करनगे लोग कि जो 7 नाम अपने पुराने नेम में लिख सकता वा तो यशु नाम भी लिख सकता सी, क्यों नहीं लिखिया? इसका कारण आ क्यों नहीं लिखिया, क्योंकि वो 7 नामां नालों उत्तम नाम आ। मुक्ति सलवेशन सिर्फ यशु नाम विच आ। उन्हां 7 नामां विच सलवेशन नहीं है किसी च। सलवेशन, मुक्ति, उधार, जो भी कहना कह सकते तुसीं, वो सिर्फ यशु नाम विच आ। बचा जिन्हों कह सकते हो यशु नाम विच आ। तो ये नाम उन्हें हाइड किया, लुकाया उत्थे। क्यों लुकाया? क्योंकि जेकर वो यशु नाम उत्थे ना लुकाउंदा, उत्थे लिखिया जाता जिद्दां 7 नाम लिखे गए। एक मिनट तुसीं मेरा पहले जवाब दे लो, फिर मैं तुहानूं दसना। इस नाम नूं छड्ड के जो 7 नामां विचों कोई नाम भी पुत्र नूं दे दिंदा, यहोवा दे दिंदा, इलोहीम दे दिंदा, अल शदाई दे दिंदा, होर जोड़ा भी हैगा वो दे दिंदा, मैं हूँ दे दिंदा, तो वो उस नाम विच आ जांदा उत्थे यरूशलेम विच। तो की वो यहूदी उहनूं पहचानण तो ना करदे कोई? जिस दिन यीशु मसीह पैदा होया उहदा नाम रखा गया, उहदा नाम हैकल में जाके रखा गया। जिस दिन हैकल में जाके रखा वो जाजका ने रखा, उहदा नाम दी सुनत की जाजका ने की, जेड़े पुराना नेम दे माहिर सी, पढ़ते सी।
ਤੇ ਜਦੋਂ ਉਹਨਾਂ ਦੇ ਸਾਹਮਣੇ ਉਹ ਨਾਮ ਪ੍ਰਗਟ ਹੁੰਦਾ ਵੀ ਇਹਦਾ ਨਾਮ ਕੀ ਰੱਖਣਾ, ਉਹ ਕਹਿੰਦੇ ਯਹੋਵਾ ਵਾ ਦਾ ਨਾਮ, ਸਾਨੂੰ ਦੂਤ ਨੇ ਦੱਸਿਆ ਵਾ ਵੀ ਇਹਦਾ ਨਾਮ ਯਹੋਵਾ ਰੱਖ। ਤੇ ਕੀ ਉਹ ਜਾਜਕ ਜਾਣਦਾ ਜਾਂ ਨਾ ਜਾਣਦਾ ਵੀ ਇਹ ਯਹੋਵਾ ਕੌਣ ਆ? ਸਾਰੇ ਇਸਰਾਏਲ ਵਿੱਚ ਧੁੰਮ ਪੈ ਜਾਂਦੀ ਵੀ ਇਹੀ ਮਸੀਹਾ ਵਾ। ਕੀ ਉਹ ਯਹੂਦੀ ਆਪਣੇ ਮਸੀਹਾ ਨੂੰ, ਆਪਣੇ ਯਹੋਵਾ ਨੂੰ, ਆਪਣੇ ਇਲੋਹੀਮ ਨੂੰ ਸਲੀਬ ਤੇ ਚੜਾਉਂਦੇ? ਜੇ ਸਲੀਬ ਤੇ ਨਾ ਚੜਾਉਂਦੇ ਤੇ ਫਿਰ ਕੀ ਹੁੰਦਾ? ਪੂਰੀ ਦੁਨੀਆ ਦਾ ਉਧਾਰ ਰੁਕ ਜਾਂਦਾ। ਕਿਸੇ ਨੂੰ ਵੀ, ਆਦਮ ਤੋਂ ਲੈ ਕੇ ਆਖਰੀ ਮਨੁੱਖ ਤੱਕ, ਕਿਸੇ ਦੀ ਵੀ ਪਾਪਾਂ ਦੀ ਮਾਫੀ ਨਹੀਂ ਹੁੰਦੀ। ਅੱਜ ਜਿਹੜੇ ਬਾਈਬਲਾਂ ਫੜ ਕੇ ਤੁਰੇ ਫਿਰਦੇ ਨਾ ਗਲੀਆਂ 'ਚ, ਇਹ ਵੀ ਨਾ ਲੱਭਦੇ ਕਿਤੇ, ਜੇ ਉਸ ਦਿਨ ਉਹਨੂੰ ਸਲੀਬ ਤੇ ਨਾ ਚੜਾਉਂਦੇ ਤੇ। ਇਹ ਉਹਦੀ ਯੋਜਨਾ ਸੀ ਖੁਦਾ ਦੀ ਵੀ ਯਹੂਦੀਆਂ ਨੂੰ ਅੰਨਾ ਕੀਤਾ ਜਾਏ। ਅੰਨਾ ਤਾਂ ਹੀ ਹੋ ਸਕਦੇ ਸੀ ਉਹ ਨਾਮ ਨੂੰ ਹਾਈਡ ਕਰਕੇ। ਉੱਥੇ ਜੇ ਲਿਖਿਆ ਜਾਂਦਾ ਯਸ਼ੂ ਨਾਮ ਪੁਰਾਣੇ ਨੇਮ ਵਿੱਚ, ਤਾਂ 1 ਮਿੰਟ 'ਚ ਪਛਾਣ ਲੈਂਦੇ ਇਹ ਯਸ਼ੂ ਨਾਮ ਤੇ ਸਾਡਾ ਪਿੱਛੋਂ ਚੱਲਦਾ ਆ ਰਿਹਾ, ਤੇ ਉਹੀ ਯਸ਼ੂ ਖੁਦਾ ਦੇ, ਸਾਡੇ ਖੁਦਾ ਦਾ ਨਾਮ ਹੈ, ਤੇ ਇਹੀ ਮਸੀਹ ਦਾ ਨਾਮ ਹੋਣਾ ਵਾ। ਤੁਸੀਂ ਸਪੋਜ਼ ਕਰੋ ਜਿੱਥੇ ਯਸ਼ਾਇਆ 7 'ਚ ਜਿੱਥੇ ਲਿਖਿਆ ਕੁਆਰੀ ਗਰਭਵਤੀ ਉਹਦਾ ਨਾ ਪੁੱਤਰ ਜਨਮ ਤੋਂ ਨਾਮ ਇਮਾਨੂਏਲ ਰੱਖੇਗਾ, ਤੇ ਜੇ ਇਮਾਨੂਏਲ ਦੀ ਜਗ੍ਹਾ ਤੇ ਉੱਥੇ ਯਸ਼ੂ ਲਿਖਿਆ ਜਾਂਦਾ ਤੇ ਯਹੂਦੀ ਪਹਿਚਾਣਦੇ ਕਿ ਨਾ ਪਹਿਚਾਣਦੇ? ਯਹੂਦੀ ਪਹਿਚਾਣਦੇ, 100% ਉਹਨੂੰ ਪਛਾਣਦੇ ਕਿ ਇਹੀ ਮਸੀਹਾ ਵਾ। ਪਰ ਉਹ ਅੰਨੇ ਕੀਤੇ ਗਏ ਸੀ ਇਸ ਨਾਮ ਦੀ ਕਾਰਨ। ਅਗਰ ਯਹੂਦੀ ਪਹਿਚਾਣ ਲੈਂਦੇ ਮਸੀਹਾ ਨੂੰ, ਇਹੀ ਸਾਡਾ ਮਸੀਹਾ ਵਾ, ਤਾਂ ਉਹਨੂੰ ਆਪਣਾ ਰਾਜਾ ਅੱਜ ਤੋਂ 2000 ਸਾਲ ਪਹਿਲਾਂ ਬਣਾ ਦਿੰਦੇ। ਸਲੀਬ ਤੇ ਨਾ ਚੜਾਉਂਦੇ, ਉਹਨੂੰ ਰਾਜਾ ਬਣਾਉਂਦੇ ਆਪਣਾ। ਉਹ ਮਿਲੇਨੀਅਮ ਜਿਹੜਾ ਇਸ ਧਰਤੀ ਤੇ ਆਉਣ ਵਾਲਾ 1000 ਸਾਲਾ ਰਾਜ ਆ, ਉਹ ਅੱਜ ਤੋਂ 2000 ਸਾਲ ਪਹਿਲਾਂ ਸ਼ੁਰੂ ਹੋ ਜਾਂਦਾ। ਪਰਾਈਆਂ ਕੌਮਾਂ ਦੀ ਮੁਕਤੀ ਕਿਤੇ ਲੱਭਣੀ ਵੀ ਨਹੀਂ, ਪਰਾਈਆਂ ਕੌਮਾਂ ਕੋਲ ਨਿਜਾਤ ਆਉਣੀ ਨਹੀਂ ਜੇ ਉਹ ਨਾਮ ਲਿਖਿਆ ਜਾਂਦਾ ਯਸ਼ੂ ਤੇ। ਸੋ ਇਹੀ ਕਾਰਨ ਹੈ ਨਹੀਂ ਲਿਖਿਆ ਗਿਆ ਉੱਥੇ, ਉਹਨੂੰ ਸਿਰਫ ਹਾਈਡ ਕੀਤਾ ਗਿਆ। ਉਹ ਮੈਂ ਦਿਖਾਉਣਾ ਵਾ ਕਿੱਥੇ ਲਿਖੇ ਹਾਈਡ ਕੀਤਾ। ਯਸ਼ੂ ਦਾ ਨਾਮ ਪੁਰਾਣੇ ਨੇਮ ਵਿੱਚ ਲੱਭਣ ਲਈ ਸਾਨੂੰ ਪਹਿਲਾਂ ਯਸ਼ੂ ਮਸੀਹ ਦਾ ਜਿਹੜਾ ਇਬਰਾਨੀ ਨੇਮ ਆ ਉਹ ਲੱਭਣਾ ਪਏਗਾ। ਉਹ ਨਾਮ ਆ ਇਬਰਾਨੀ ਵਿੱਚ ਯਸ਼ੂ ਨੂੰ ਕਹਿੰਦੇ ਨੇ ਯਸ਼ੂਆ। ਯਸ਼ੂਆ ਉਹਦਾ ਇਬਰਾਨੀ ਨਾਮ ਆ। ਇਬਰਾਨੀ ਨਾਮ ਹੀ ਅਸੀਂ ਪੁਰਾਣੇ ਨੇਮ 'ਚ ਲੱਭਣਾ, ਇਹੀ ਉਹਦਾ ਨਾਮ ਆ ਯਸ਼ੂਆ। ਤਾਂ ਉਹ ਵੇਖਦੇ ਹਾਂ ਕਿ तो आइए पुराने नेम 'ਚ ਵੇਖਦੇ ਹਾਂ ਕਿ ਯਸ਼ੂ ਨਾਮ ਸੱਚਮੁੱਚ ਹੀ ਪੁਰਾਣੇ ਨੇਮ 'ਚ ਲਿਖਿਆ ਹੋਇਆ ਜਾਂ ਮੈਂ ਝੂਠ ਹੀ ਬੋਲਣ ਡਿਆ। ਤਾਂ ਸਭ ਤੋਂ ਪਹਿਲਾਂ ਆਪਾਂ ਉਤਪਤੀ ਤੋਂ ਸ਼ੁਰੂ ਕਰਦੇ ਹਾਂ। ਉਤਪਤੀ ਦੀ 49 ਉਹਦੀ 18 ਵਰਸ ਕੀ ਲਿਖਿਆ ਇੱਥੇ? ਹੇ ਯਹੋਵਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਬਸ ਇੰਨੀ ਹੈ ਤੇ ਕਹਿ ਕੌਣ ਰਿਹਾ? ਯਕੂਬ ਕਹਿ ਰਿਹਾ। ਜਦੋਂ ਉੱਤੇ ਪੜਾਂਗੇ ਨਾ ਆਪਾਂ, ਯਕੂਬ ਦੀ ਭਵਿੱਖਬਾਣੀ ਹੈ। ਯਕੂਬ ਕਹਿ ਰਿਹਾ, ਕੀ ਕਹਿ ਰਿਹਾ 18 'ਚ? ਹੇ ਯਹੋਵਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। 18 ਮੈਂ ਅੰਡਰਲਾਈਨ ਕਰ ਦੇਣਾ। ਹੇ ਯਹੋਵਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਬਸ ਇੰਨੀ ਆ ਜਾ। ਤੇ ਹੁਣ ਕੀ ਕਹਿ ਰਿਹਾ ਏ? ਕਿਹੜੇ ਛੁਟਕਾਰੇ ਨੂੰ ਉਡੀਕਦਾ ਏ? ਜੋ ਇਸਰਾਏਲ ਕੌਮ ਵਿੱਚ ਆਉਣ ਵਾਲਾ ਸੀ ਛੁਟਕਾਰਾ। ਉਹ ਛੁਟਕਾਰਾ ਕੌਣ ਸੀ? ਪ੍ਰਭੂ ਯਿਸੂ ਮਸੀਹ। ਤੇ ਇੱਥੇ ਕਹਿ ਰਿਹਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਹੇ ਯਹੋਵਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਉਹ ਛੁਟਕਾਰਾ ਆਪਾਂ ਹੁਣ ਦੇਖ ਸਕਦੇ ਹਾਂ ਕਿ ਛੁਟਕਾਰਾ ਕੌਣ ਸੀ? ਯਿਸੂ ਮਸੀਹ। ਯਿਸੂ ਮਸੀਹ ਨੂੰ ਉਡੀਕਿਆ ਉਹਨੇ। ਹੁਣ ਇੱਥੇ ਲਿਖਿਆ ਤਾਂ ਹੈ ਨਹੀਂ, ਛੁਟਕਾਰਾ ਲਿਖਿਆ ਗੱਲਾਂ ਪੰਜਾਬੀ 'ਚ।
ਉਹ ਇੰਗਲਿਸ਼ 'ਚ ਚੱਲਦੇ ਆ, ਕੀ ਲਿਖਿਆ ਉੱਥੇ? ਜੈਨਸਿਸ 49 ਉਹਦੀ 18 ਵਰਸ। 12 13 14 15 18 ਆਇਤ ਕਹਿੰਦੀ ਇੰਗਲਿਸ਼ 'ਚ, ਆਈ ਹੈਵ ਵੇਟਡ ਫਾਰ ਮਾਈ ਸਲਵੇਸ਼ਨ ਓ ਲਾਰਡ। ਕਹਿੰਦਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਤੇ ਜਦ ਇਹਨੂੰ ਆਪਾਂ ਟਰਾਂਸਲੇਟ ਕਰਦੇ ਹਾਂ ਹੀਬਰੂ ਜਿਹੜੀ ਓਰੀਜਨਲ ਲੈਂਗੁਏਜ ਆ ਬਾਈਬਲ ਦੀ, ਤੇ ਕੀ ਆਉਂਦਾ ਉੱਥੇ ਦੇਖਦੇ ਹਾਂ। 18 ਆਇਤ, ਇੱਥੇ ਸਲਵੇਸ਼ਨ ਸ਼ਬਦ ਆ ਵਾ ਪਹਿਲਾਂ ਹੀ 18 ਦੇ, ਆਹ ਵਾਲਾ। ਇਹਨੂੰ ਆਪਾਂ ਕਾਪੀ ਕਰਦੇ ਹਾਂ ਟਰਾਂਸਲੇਟ, ਕੀ ਸ਼ਬਦ ਇਹਦਾ ਨਿਕਲ ਕੇ ਆਉਂਦਾ? ਟੂ ਯੋਰ ਸਲਵੇਸ਼ਨ, ਇੱਥੇ ਆਉਂਦਾ ਟੂ ਯੋਰ ਸਲਵੇਸ਼ਨ। ਤਾਂ ਹੁਣ ਆਪਾਂ ਇਹਦਾ ਇੱਥੇ ਯਸ਼ੂ ਨਾਮ ਦਿਖਦਾ ਤੁਹਾਨੂੰ? ਜੀਸਸ, ਯੋਸ਼ੂਆ, ਇਹਨਾਂ ਅਕਸ਼ਰਾਂ ਦੇ ਵਿੱਚ ਦਿਖ ਰਿਹਾ ਜਾਂ ਨਹੀਂ ਦਿਖ ਰਿਹਾ? ਇੱਕ ਮਿੰਟ ਮੈਂ ਦਿਖਾਉਣਾ ਤੁਹਾਨੂੰ। ਇਹ ਆ ਯਸ਼ੂ ਨਾਮ, ਯੋਸ਼ੂਆ। ਉੱਥੇ ਕੀ ਕਹਿ ਰਿਹਾ? ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ। ਤੇ ਛੁਟਕਾਰੇ ਕਿਹੜੇ ਨੂੰ ਉਡੀਕਿਆ ਸੀ? ਇਸੇ ਨੂੰ, ਯਸ਼ੂ ਨੂੰ। ਯਸ਼ੂ ਨੂੰ ਉਡੀਕਦੇ ਸੀ ਯਕੂਬ। ਤੇ ਯਸ਼ੂ ਨਾਮ ਸਾਹਮਣੇ ਅੱਖਾਂ ਦੇ ਤੁਹਾਡੀਆਂ ਦੇ ਪੁਰਾਣੇ ਨਿਯਮ 'ਚ ਲਿਖਿਆ ਉਤਪਤੀ 'ਚ। ਇਹਨੂੰ ਕੱਟ ਕੇ ਵੇਖਦੇ ਆਪਾਂ। ਹੁਣ ਇਹਨੂੰ ਇਹਦੇ ਆਹ ਲਕਸ਼ ਲਾ ਦਿੰਦੇ, ਕੀ ਬਣਦਾ ਦੇਖਦੇ ਹਾਂ ਲਾਸਟ ਵਾਲੇ। 1 2 ਉਧਰੋਂ ਪਿਛਲਾ ਲਾਉਣਾ ਪੈਣਾ, ਇਹ ਵਾਲਾ ਕੀ ਬਣ ਕੇ ਆਉਂਦਾ? ਜੀਸਸ। ਜਿਹੜੇ ਕਹਿੰਦੇ ਪੁਰਾਣੇ ਨਿਯਮ 'ਚ ਯਸ਼ੂ ਲਿਖਿਆ ਨਹੀਂ, ਦੇਖ ਲਓ ਅੱਖਾਂ ਖੋਲ ਕੇ, ਲਿਖਿਆ ਜਾਂ ਨਹੀਂ ਲਿਖਿਆ? ਜਿੱਥੇ ਜਿੱਥੇ ਵੀ ਸਲਵੇਸ਼ਨ ਸ਼ਬਦ ਮਿਲੂ ਤੁਹਾਨੂੰ, ਉਤਪਤੀ 'ਚ ਲੈ ਕੇ ਮਲਾਕੀ ਤੱਕ ਸਲਵੇਸ਼ਨ ਇੰਗਲਿਸ਼ ਦੀ ਬਾਈਬਲ 'ਚ, ਉੱਥੇ ਉਹਨੂੰ ਟਰਾਂਸਲੇਟ ਕਰਕੇ ਦੇਖ ਲਿਓ ਹੀਬਰੂ 'ਚ, ਹੀਬਰੂ ਬਾਈਬਲ 'ਚ ਜਾ ਕੇ ਵੇਖ ਲਿਓ, ਉੱਥੇ ਯਸ਼ੂ ਹੀ ਮਿਲੇਗਾ ਤੁਹਾਨੂੰ। ਜਿੱਥੇ ਵੀ ਹੀਬਰੂ ਲੈਂਗੁਏਜ 'ਚ, ਸੋਰੀ ਇੰਗਲਿਸ਼ ਲੈਂਗੁਏਜ 'ਚ ਉਤਪਤੀ ਤੋਂ ਲੈ ਕੇ ਮਲਾਕੀ ਤੱਕ ਜਿੱਥੇ ਵੀ ਸਲਵੇਸ਼ਨ ਸ਼ਬਦ ਮਿਲੂਗਾ, ਉਹਦੀ ਇਬਰਾਨੀ ਬਾਈਬਲ 'ਚ ਜਾ ਕੇ ਉਹ ਐਤ ਨੂੰ, ਉੱਥੇ ਜਿੱਥੇ ਸਲਵੇਸ਼ਨ ਲਿਖਿਆ ਉਹਨੂੰ ਬਦਲ ਕੇ ਵੇਖ ਲਿਓ, ਯਸ਼ੂ ਸ਼ਬਦ ਆਏਗਾ ਉੱਥੇ। ਯਸ਼ੂ ਤੋਂ ਬਗੈਰ ਮੁਕਤੀ ਹੈ ਹੀ ਨਹੀਂ ਕਿਤੇ ਵੀ, ਅਕਸ਼ਰਾਂ 'ਚ ਵੀ ਉੱਦਾਂ ਵੀ। ਹੀਬਰੂ ਲੈਂਗੁਏਜ 'ਚ ਸਲਵੇਸ਼ਨ ਲਿਖ ਹੀ ਨਹੀਂ ਸਕਦੇ ਯਸ਼ੂ ਤੋਂ ਬਗੈਰ। ਯਸ਼ੂ ਲਿਖਣ ਤੋਂ ਬਗੈਰ ਸਲਵੇਸ਼ਨ ਲਿਖ ਹੀ ਨਹੀਂ ਸਕਦੇ ਹੋ। ਜੇ ਲਿਖਣ 'ਚ ਆ ਜਾਣਾ ਵੀ ਲਿਖਣੀ ਇਹੀ ਸਲਵੇਸ਼ਨ, ਸਿਰਫ ਲਿਖਣੀ ਆ, ਤਾਂ ਵੀ ਉਹ ਯਸ਼ੂ ਨਾਮ ਤੋਂ ਬਗੈਰ ਲਿਖ ਹੀ ਨਹੀਂ ਸਕਦੇ ਸਲਵੇਸ਼ਨ। ਇੰਨਾ ਨਾਮ ਉਹਦਾ ਮਹਾਨ ਹੈ ਇਹ ਯਸ਼ੂ ਨਾਮ। ਤੇ ਜਿਸ ਨਾਮ ਦਾ ਅੱਜ ਦੁਨੀਆ ਇਨਕਾਰ ਕਰ ਰਹੀ ਹੈ। ਹੋਰ ਮੈਂ ਦਿਖਾਉਣਾ ਤੁਹਾਨੂੰ। ਹਾਂ ਮੇਰੇ ਨਾਲ ਕੱਢੋ ਯਸ਼ਾਇਆ 12 ਦੀ 3 ਐਤ, ਇਹ 2 ਐਤ, ਪਹਿਲਾਂ 2 ਪੜ੍ਹਨੇ ਆਪਾਂ। ਯਸ਼ਾਇਆ 12 ਦੀ 2। ਪੰਜਾਬੀ 'ਚ ਪੜ੍ਹ ਲੈਣੇ ਪਹਿਲਾਂ, ਚਲ ਇੰਗਲਿਸ਼ 'ਚ ਰਹਿ।
ਯਸ਼ਾਇਆ 12 ਦੀ 2, ਇਹ ਯਸ਼ਾਇਆ ਵਾ 12 ਦੀ 2 ਐ। ਉੱਥੇ ਕੀ ਲਿਖਿਆ? ਵੇਖੋ ਪਰਮੇਸ਼ਵਰ ਮੇਰੀ ਮੁਕਤੀ ਹੈ। ਕੀ ਕਹਿਣ ਡਿਆ? ਵੇਖੋ ਖੁਦਾ ਮੇਰੀ ਮੁਕਤੀ ਹੈ, ਜਾਂ ਪਰਮੇਸ਼ਵਰ ਜਾਂ ਖੁਦਾ ਇੱਕ ਹੀ ਹੈ। ਯਹੋਵਾ ਵੀ ਕਹਿ ਸਕਦੇ, ਯਹੋਵਾ ਮੇਰੀ ਮੁਕਤੀ ਹੈ। ਇਹਦਾ ਅਰਥ ਕੀ ਬਣਦਾ? ਯਹੋਵਾ ਹੀ ਮੇਰਾ ਯਿਸੂ ਹੈ। ਸਿੱਧੇ ਸ਼ਬਦ ਪੰਜਾਬੀ 'ਚ ਆਪਾਂ ਮੁਕਤੀ ਆ ਗਿਆ ਨਾ, ਫਿਰ ਸੋਲੂਸ਼ਨ ਇੱਥੇ ਆ ਗਿਆ। ਇੱਥੇ ਸਲਵੇਸ਼ਨ ਆ ਗਿਆ। ਫਿਰ ਆਵੇ behold God is my salvation, I will trust। ਇਹਦਾ ਕਹਿਣ ਦਾ God ਹੀ ਮੇਰਾ ਯਿਸੂ ਹੈ, ਯਸ਼ਾਇਆ ਕਹਿ ਰਿਹਾ। ਤੇ ਤੁਹਾਨੂੰ ਕਹਿਣ ਲੱਗਿਆ ਨੂੰ ਤਕਲੀਫ ਆ? ਗੱਲਾਂ ਦਾ ਗੁੱਸਾ ਤਾਂ ਲੱਗੂਗਾ, ਪਰ ਸੱਚੀਆਂ ਨੇ। ਹੁਣ ਦੂਸਰੀ ਆਇਤ ਆ, ਇਹਨੂੰ ਟਰਾਂਸਲੇਟ ਕਰਦੇ ਆ। ਮੁਕਤੀ ਕੀ ਬਣ ਕੇ ਆਉਂਦਾ? ਇਹ ਯਿਸੂ ਬਣਦਾ ਜਾਂ ਨਹੀਂ ਬਣਦਾ? ਮਾਈ ਸਲਵੇਸ਼ਨ। ਇਹਨੂੰ ਇਹਦਾ ਲਾਸਟ ਅਕਸ਼ਰ ਲਾ ਦਿੰਦੇ ਆਪਾਂ, ਇਹ ਵਾਲਾ ਕੱਟ ਦਿੰਦੇ ਆ। ਕੀ ਬਣ ਕੇ ਆਉਂਦਾ? ਯਿਸੂ, ਜੀਸਸ। ਜਿੱਥੇ ਜਿੱਥੇ ਵੀ ਤੁਹਾਨੂੰ ਸਲਵੇਸ਼ਨ ਮਿਲੂਗਾ ਪੁਰਾਣੇ ਨੇਮ ਵਿੱਚ, ਇੰਗਲਿਸ਼ ਦੀ ਬਾਈਬਲ ਸਲਵੇਸ਼ਨ ਸ਼ਬਦ ਮਿਲੂਗਾ, ਉਹ ਯਿਸੂ ਹੀ ਹੈ। ਇਹ ਗੱਲ ਮੇਰੀ ਨੋਟ ਕਰ ਲਓ। ਜਿੱਥੇ ਮਰਜੀ ਸਲਵੇਸ਼ਨ ਸ਼ਬਦ ਹੀਬਰੂ 'ਚ, ਲੈਂਗੁਏਜ 'ਚ ਯਿਸੂ ਤੋਂ ਬਗੈਰ ਲਿਖਿਆ ਹੀ ਨਹੀਂ ਜਾ ਸਕਦਾ। ਸੋਚਣਾ ਤਾਂ ਦੂਰ ਦੀ ਗੱਲ ਆ, ਲਿਖਿਆ ਹੀ ਨਹੀਂ ਜਾ ਸਕਦਾ। ਇੰਨਾ ਨਾਮ ਮਹਾਨ ਇਸੇ ਲਈ ਗਿਆ ਨਾ, ਉਹਨੂੰ ਉਹ ਨਾਮ ਦਿੱਤਾ ਗਿਆ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਨਾਮ ਆ। ਉੱਤਮ ਨਾਮ ਯਿਸੂ ਨਾਮ ਆ, ਤੇ ਇਸੇ ਨਾਮ ਦਾ ਦੁਨੀਆ ਅੱਜ ਇਨਕਾਰ ਕਰ ਰਹੀ ਹੈ। ਹੋਰ ਵਿਖਾਉਣਾ ਮੈਂ ਤੁਹਾਨੂੰ ਕੁਝ। ਇਸ ਯਸ਼ਾਇਆ 12 ਦੀ 3 ਪੜ੍ਹਦੇ ਹਾਂ। ਉੱਥੇ ਕੀ ਲਿਖਿਆ? ਯਸ਼ਾਇਆ 12 ਦੀ 3। ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਇੱਥੇ ਸ਼ਬਦ ਆਇਆ, ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਹੁਣ ਜੇ ਕਿਸੇ ਵੀ ਪਾਸਟਰ ਨੂੰ ਪੁੱਛ ਲਓ ਇਹਦਾ ਮਤਲਬ ਕੀ ਨਿਕਲਦਾ, ਖੁਸ਼ੀ ਦੇ ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ, ਕੀ ਦੱਸੂਗਾ ਉਹ? ਮੁਕਤੀ ਦੇ ਸੋਤੇ ਕੌਣ ਹੈ? ਜਿਹਨਾਂ ਤੋਂ ਮੁਕਤੀ ਨਿਕਲਦੀ ਹੈ। ਸੋਤਾ ਕੀ ਹੁੰਦਾ? ਜਿੱਥੋਂ ਮਤਲਬ ਪਾਣੀ ਵਹਿੰਦਾ ਵਾ, ਉਹਨੂੰ ਸੋਤਾ ਕਿਹਾ ਜਾਂਦਾ। ਤੇ ਮੁਕਤੀ ਦੇ ਸੋਤੇ ਜਿੱਥੋਂ ਮੁਕਤੀ ਨਿਕਲਦੀ ਆ, ਜਿੱਥੋਂ ਮੁਕਤੀ ਆਉਂਦੀ ਆ, ਉਹਨਾਂ ਦੇ ਮੁਕਤੀ ਦੇ ਸੋਤਿਆਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਹੁਣ ਮੈਂ ਸੋਤੇ ਵਿਖਾਉਣਾ ਤੁਹਾਨੂੰ, ਉਹ ਸੋਤੇ ਕੌਣ ਹੈ ਮੁਕਤੀ ਦੇ? ਇਬਰਾਨੀ ਯਸ਼ਾਇਆ 12 ਦੀ 3। ਮੁਕਤੀ ਦੇ ਸੋਤਿਆਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਉਹ ਮੁਕਤੀ ਦੇ ਸੋਤੇ ਹੈ ਕੌਣ ਹੈ? 3 'ਚ ਆ ਜਾਓ ਤੁਸੀਂ। ਇੱਥੇ ਯਸ਼ਾਇਆ 3 ਦੀ, ਇੱਥੇ ਸਲਵੇਸ਼ਨ ਆਇਆ ਫਿਰ ਲਾਸਟ ਦੇ ਸ਼ਬਦ ਤੇ, ਮੁਕਤੀ ਇਹ ਵਾਲਾ। ਤੇ ਉਧਰ ਹੀਬਰੂ 'ਚ ਕੀ ਆਉਂਦਾ ਉਹ ਵੇਖਦੇ ਹੁਣ ਆਪਾਂ। ਹੀਬਰੂ 'ਚ ਲਾਸਟ ਤੇ ਇਹ ਆਇਆ ਸਲਵੇਸ਼ਨ, ਇਹ ਵਾਲਾ, ਸੌਰੀ, ਇਹ ਵਾਲਾ ਸ਼ਬਦ ਆਇਆ ਸਲਵੇਸ਼ਨ। ਮੁਕਤੀ ਦੇ ਸੋਤਿਆਂ ਨੂੰ ਤੁਸੀਂ ਪਾਣੀ ਭਰੋਗੇ। ਹੁਣ ਇਹਨੂੰ ਚੁੱਕਨੇ ਇੱਥੋਂ ਕਾਪੀ ਕਰਕੇ, ਕਰਨੇ ਟਰਾਂਸਲੇਟ ਇਹਨੂੰ। ਇਹ ਆ ਸਲਵੇਸ਼ਨ। ਹੁਣ ਇੱਥੇ ਬੜੀ ਹੈਰਾਨੀ ਵਾਲੀ ਗੱਲ ਆ, ਇੱਥੇ ਵੀ ਸਲਵੇਸ਼ਨ ਆ ਰਿਹਾ, ਇੱਥੇ ਨਾ 'ਚ ਉੱਥੇ ਆਇਤ ਕੀ ਕਹਿ ਰਹੀ ਹੈ? ਯਸ਼ਾਇਆ 12 ਦੀ 3, ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਤਾਂ ਮੁਕਤੀ ਦੇ ਸੋਤੇ ਦੋਵੇਂ ਹੀ ਇੱਥੇ ਆ, ਇਸੇ ਐ ਸਲਵੇਸ਼ਨ 'ਚ। ਹੁਣ ਆਪਾਂ ਪਹਿਲਾਂ ਇਹਨੂੰ ਸ਼ਬਦ ਨੂੰ ਲਾ ਦਿੰਦੇ, ਪਹਿਲੇ ਨੂੰ
ਲਾਸਟ ਵਾਲੇ ਨੂੰ ਲਾ ਦਿੰਦੇ ਆ, ਦੋ ਸ਼ਬਦ ਨੂੰ। ਵਿੱਚ ਕੀ ਆਉਂਦਾ, ਵਿਚਲਾ ਸ਼ਬਦ ਕਿਹੜਾ ਆਉਂਦਾ, ਯਸ਼ੂ। ਪਿਛਲਾ ਵੀ ਲਾ ਦਿਓ, ਉੱਧਰਲਾ ਵੀ ਲਾ ਦਿਓ, ਤੇ ਵਿੱਚ ਕੀ ਆ, ਯਸ਼ੂ, ਜੀਜਸ। ਹੋਰ ਚੀਜ਼ ਹੈ ਇਹਦੇ ਵਿੱਚ, ਇੱਕ ਮਿੰਟ। ਓਹੋ, ਕੀ ਹੋ ਗਿਆ, ਇਹ ਆਉਂਦਾ। ਹੁਣ ਆਪਾਂ ਅੱਗੇ ਪਹਿਲੇ ਲਾਏ ਸੀ, ਹੁਣ ਵਿਚਲੇ ਕੱਢਣੇ ਦੋਵੇਂ ਅਕਸ਼ਰ। ਫਿਰ ਕੀ ਬਣ ਕੇ ਆਉਂਦਾ, ਇਹ ਕੱਢ ਦਿੱਤਾ, ਉੱਧਰੋਂ ਇਹ ਕੱਢ ਦਿੱਤਾ, ਦੋ ਅਕਸ਼ਰ ਕੱਢ ਦਿੱਤੇ ਆਪਾਂ। ਪਹਿਲੇ ਵੀ ਦੋ ਕੱਢੇ ਸੀ, ਕੀ ਬਣਿਆ ਸੀ, ਯਸ਼ੂ ਬਣਿਆ ਸੀ। ਹੁਣ ਵੀ ਦੋ ਕੱਢੇ, ਹੁਣ ਵੇਖੇ ਕੀ ਬਣਦਾ। ਹੁਣ ਆਹ ਜਿਹੜਾ ਇਹਨੂੰ ਪਿੱਛੇ ਖੜਨਾ, ਬਸ ਇੰਨਾ ਹੀ ਫਰਕ ਹੈ ਇਹਦਾ। ਇਹਨੂੰ ਕੱਟ ਦਿੰਦੇ, ਇਹਨੂੰ ਕੱਟ ਦਿੰਦੇ ਆ, ਅੱਗੇ ਲੈ ਕੇ ਆਉਨੇ, ਫਿਰ ਟਾਈਪ ਕਰਨੇ ਆ ਉਹ ਹੀ, ਪੇਸਟ। ਆਹ ਸ਼ਬਦ ਚਾਹੀਦਾ ਹੁਣ ਲਾਸਟ, ਆਹ ਵਾਲਾ। ਇਹਨੂੰ ਨਾਲ ਜੋੜਨੇ, ਕੀ ਬਣਦਾ ਵੇਖਦੇ, ਕੀ ਬਣ ਕੇ ਆਇਆ, Jehovah, ਕੀ ਬਣ ਕੇ ਆਇਆ, Jehovah, ਧਿਆਨ ਨਾਲ ਸੁਣੋ। Jehovah, ਪਹਿਲਾ ਕੀ ਬਣ ਗਿਆ ਹੈ, ਜੀਜਸ। ਜੀਜਸ ਔਰ ਯਹੋਵਾ ਇੱਕੇ ਨਾਮ ਵਿੱਚ ਆ, ਦੋਨੋਂ ਹੀ। ਉਹ ਐਤ ਕੀ ਕਹਿ ਰਹੀ ਹੈ ਇੱਥੇ, ਯਸ਼ਾਇਆ 12:3, ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਮਾਈ ਗੋਡ, ਕਿਹੜੇ ਸੋਤੇ ਆ? ਹੁਣ ਜੇ ਤੁਹਾਨੂੰ ਕੋਈ ਐਪ ਤੋਂ ਪੁੱਛੇ ਵੀ ਮੁਕਤੀ ਦੇ ਸੋਤੇ ਕੌਣ ਆ, ਜਿੱਥੋਂ ਮੁਕਤੀ ਨਿਕਲ ਕੇ ਆਉਂਦੀ ਹੈ, ਉਹ ਯਸ਼ੂ ਆ। ਉਹਦਾ ਪਿਤਾ ਵਾ, ਪਿਤਾ ਯਹੋਵਾ ਵਾ, ਦੋਨੋਂ ਇਕੱਠੇ ਆ ਉੱਥੇ। ਇਸ ਤਰ੍ਹਾਂ ਜਿੰਨੀਆਂ ਵੀ ਐਤਾਂ ਤੁਹਾਨੂੰ ਸਲਵੇਸ਼ਨ ਵਾਲੀਆਂ ਮਿਲਣਗੀਆਂ, ਸਾਰੇ ਉੱਥੇ ਯਹੋਵਾ ਹੀ ਮਿਲੇਗਾ। ਯਹੋਵਾ ਦੇ ਨਾਲ ਹੀ ਯਸ਼ੂ, ਯਸ਼ੂ ਤੇ ਜ਼ਰੂਰ ਮਿਲੇਗਾ ਨਾ, ਜਿੱਥੇ ਵੀ ਮੁਕਤੀ ਹੈ। ਯਸ਼ੂ ਸ਼ਬਦ ਉੱਥੇ, ਯਸ਼ੂ ਤੋਂ ਬਗੈਰ ਮੁਕਤੀ ਲਿਖ ਹੀ ਨਹੀਂ ਸਕਦਾ। ਮਿਲਣੀ ਤਾਂ ਦੂਰ ਦੀ ਗੱਲ, ਲਿਖ ਵੀ ਨਹੀਂ ਸਕਦਾ ਕੋਈ। ਹੋਰ ਦੱਸੋ ਕੀ ਕਹਿੰਦੇ? ਇੱਕ ਹੁੰਦੀ ਮੁਕਤੀ ਮਿਲਣੀ ਯਸ਼ੂ ਤੋਂ ਬਗੈਰ, ਯਸ਼ੂ ਤੋਂ ਬਗੈਰ ਇਬਰਾਨੀ 'ਚ ਲਿਖੀ ਵੀ ਨਹੀਂ ਜਾਂਦੀ। ਇਹ ਤੋਂ ਵੱਡਾ ਮਹਾਨ ਨਾਮ ਹੋਰ ਕਿਹੜਾ ਹੋਵੇਗਾ? ਐਵੇਂ ਥੋੜ੍ਹੀ ਹਾਈਡ ਕਰਕੇ ਰੱਖਿਆ ਸੀ ਖੁਦਾ ਨੇ। ਖੁਸ਼ੀ ਨਾਲ ਪਾਗਲ ਹੋਣ ਬੰਦਾ ਦਿਲ ਕਰਦਾ ਇਸ ਟਾਈਮ ਮੇਰਾ, ਤੇ ਤੁਹਾਡਾ ਪਤਾ ਨਹੀਂ ਕਰਦਾ ਕਿ ਨਹੀਂ ਕਰਦਾ। ਔਰ ਮੇਰਾ ਇਸ ਟਾਈਮ ਇਹ ਚੀਜ਼ਾਂ ਵੇਖ ਕੇ ਨਾ ਖੁਸ਼ੀ 'ਚ ਪਾਗਲ ਹੋਣ ਨੂੰ ਜੀ ਕਰਦਾ। ਇੰਨਾ ਮਹਾਨ ਨਾਮ ਆ, ਉਸ ਨਾਮ ਨੂੰ ਦੁਨੀਆ ਪੈਰਾਂ ਥੱਲੇ ਰੋਲਦੀ ਅੱਜ। ਅਸੀਂ ਯਸ਼ੂ ਦੇ ਨਾਂ 'ਚ ਬਪਤਿਸਮਾ ਲੈਣਾ ਹੀ ਨਹੀਂ। ਚਲੋ ਖੈਰ, ਹੋਰ ਵਿਖਾਉਣਾ ਮੈਂ ਕੋਈ ਤੁਹਾਨੂੰ। ਅੱਜ ਇੱਕ ਐਤ ਹੋਰ ਪੜ੍ਹਦੇ ਹਾਂ, ਯਬੂਰ 98 ਉਹਦੀ 2 ਐਤ, ਪਲਾਜ਼ਮ 98 2 ਵਰਸ। ਇਹ ਕੀ ਕਹਿੰਦੀ ਹੈ? ਮੈਂ ਪੰਜਾਬੀ 'ਚ ਪੜ੍ਹਨਾ, ਇੰਗਲਿਸ਼ 'ਤੇ ਲਿਖਿਆ ਹੋਇਆ। ਯਹੋਵਾ ਨੇ ਆਪਣੀ ਫਤਹ, ਇੱਥੇ ਪੰਜਾਬੀ 'ਚ ਫਤਿਹ ਲਿਖਿਆ, ਇੱਥੇ ਸਲਵੇਸ਼ਨ ਆਇਆ, ਮੁਕਤੀ। ਟਰਾਂਸਲੇਟ ਕੋਈ ਇੱਧਰ ਉੱਧਰ ਕਰ ਜਾਂਦੇ ਆ। ਯਹੋਵਾ ਨੇ ਆਪਣੀ ਫਤਹ ਪ੍ਰਗਟ ਕੀਤੀ ਹੈ, ਉਸ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ। ਆਮੀਨ। ਕਿੱਡੀ ਬਹੁਤ ਖੂਬਸੂਰਤ ਐਤ ਹੈ। ਯਹੋਵਾ ਨੇ ਆਪਣੀ ਮੁਕਤੀ ਪ੍ਰਗਟ ਕੀਤੀ ਹੈ। ਤੇ ਯਸ਼ੂ ਕੀ ਕਹਿ ਰਿਹਾ ਸੀ? ਮੈਂ ਤੇਰੇ ਨਾਮ ਨੂੰ ਪ੍ਰਗਟ ਕੀਤਾ। ਯਹੂਨਾ 17:6। ਇੱਥੇ ਕੀ ਕਹਿ ਰਿਹਾ? ਯਬੂਰ 98 ਉਹਦੀ 2 ਐਤ 'ਚ ਯਹੋਵਾ ਕਹਿ ਰਿਹਾ, ਯਹੋਵਾ ਨੇ ਆਪਣੀ, ਦਾਊਦ ਕਹਿ ਰਿਹਾ, ਯਹੋਵਾ ਨੇ ਆਪਣੀ ਮੁਕਤੀ ਪ੍ਰਗਟ ਕੀਤੀ ਹੈ। ਕਿੱਥੇ?
ਨਵੇਂ ਨਿਯਮ ਵਿੱਚ ਯਿਸੂ ਦੇ ਰਾਹੀਂ, ਅਤੇ ਉਸ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ। ਓ ਮਾਈ ਗੋਡ, ਜਿਹੜੀ ਇਹ ਫਤਿਹ ਅੱਖੀਂ ਵੇਖੀ ਉਹਨਾਂ ਨੇ, ਕਿਹਨਾਂ ਨੇ ਵੇਖੀ? ਯਹੂਦੀਆਂ ਨੇ। 33.5 ਸਾਲ ਰਹਿ ਕੇ ਗਈ ਸਲਵੇਸ਼ਨ। ਤੇ ਹੁਣ ਇਹਨੂੰ ਦੇਖਦੇ ਹਾਂ ਫਿਰ ਇਬਰਾਨੀ 'ਚ, ਕੀ ਸਲਵੇਸ਼ਨ ਫਿਰ ਉੱਥੇ ਯਿਸੂ ਆਉਂਦਾ ਜਾਂ ਨਹੀਂ ਆਉਂਦਾ। 2 ਆਇਤ ਇਹ ਆਇਆ ਸਲਵੇਸ਼ਨ ਦਾ, ਸਲਵੇਸ਼ਨ ਸ਼ਬਦ ਇਬਰਾਨੀ 'ਚ। ਇਹਨੂੰ ਫਿਰ ਚੁੱਕਦੇ ਹਾਂ ਆਪਾਂ। ਥੋੜੀ ਵੀਡੀਓ ਲੰਮੀ ਹੋ ਜਾਏਗੀ ਪਰ ਕੋਈ ਚੀਜ਼ ਸਿੱਖਣ ਨੂੰ ਮਿਲੇਗੀ ਅੱਜ ਤੁਹਾਨੂੰ। ਇਹਨੂੰ ਕਾਪੀ ਟਰਾਂਸਲੇਟ ਕਰਦੇ ਫਿਰ ਇੰਗਲਿਸ਼ 'ਚ। ਹਿਜ ਸਲਵੇਸ਼ਨ, ਉਸ ਦੀ ਮੁਕਤੀ। ਇਹਦਾ ਲਾਸਟ ਵਾਲਾ ਲਾ ਦਿੰਦੇ ਫਿਰ 2 ਅਕਸ਼ਰ ਜਿਹੜੇ ਹਿਜ ਲੱਗਾ ਨਾਲ ਇਹਦੇ, ਤੇ ਕੀ ਬਣ ਕੇ ਆਉਂਦਾ? Jesus. ਕੀ ਬਣ ਕੇ ਆਇਆ? Jesus. ਐਤ ਕੀ ਕਹਿ ਰਹੀ ਹੈ? ਯਹੋਵਾ ਨੇ ਆਪਣੀ ਮੁਕਤੀ ਪ੍ਰਗਟ ਕੀਤੀ। ਕਿੱਥੇ ਪ੍ਰਗਟ ਕੀਤੀ? ਯਹੂਦੀਆਂ 'ਚ, ਇਸਰਾਏਲ ਯਰੂਸ਼ਲਮ ਵਿੱਚ ਪ੍ਰਗਟ ਕੀਤੀ ਉਹਨੇ। ਪਰ ਉਹ ਵੇਖ ਨਹੀਂ ਸਕੇ ਉਸ ਮੁਕਤੀ ਨੂੰ। ਕਿਉਂ ਨਹੀਂ ਵੇਖ ਸਕੇ ਉਹ? ਕਿਉਂਕਿ ਹਾਈਡ ਕੀਤੀ ਹੋਈ ਸੀ ਪਿੱਛੇ। ਇੱਥੇ ਹਾਈਡ ਆ। ਹੁਣ ਇਸ ਆਇਤ ਵਿੱਚ ਕੀ ਲੱਭੂਗਾ? ਕੋਈ ਲੱਭ ਸਕਦਾ ਯਿਸੂ? ਪੰਜਾਬੀ 'ਚ ਤੁੱਕਾ ਨਹੀਂ ਲੱਭ ਸਕਦਾ, ਇਬਰਾਨੀ ਲੱਭ ਸਕਦੇ ਸੀ, ਪਰ ਉਹਨਾਂ ਨੇ ਵੀ ਨਹੀਂ, ਉਹਦੀਆਂ ਅੱਖਾਂ ਬੰਦ ਕੀਤੀਆਂ ਖੁਦਾ ਨੇ। ਜਦ ਉਹਦਾ ਨਾਮ ਯਿਸੂ ਰੱਖਿਆ ਗਿਆ ਤਾਂ ਉਹ ਵੀ ਲੱਭਦੇ ਸੀ ਸਾਡੇ, ਕਿਉਂਕਿ ਇਹਦਾ ਨਾਮ ਯਿਸੂ ਤਾਂ ਹੈ ਹੀ ਨਹੀਂ ਕਿਤੇ ਪੁਰਾਣੇ ਨਿਯਮ 'ਚ ਲਿਖਿਆ। ਇਹਦਾ ਨਾਮ ਯਿਸੂ, ਇਹ ਮਸੀਹ ਕਿੱਦਾਂ ਹੋ ਗਿਆ ਸਾਡਾ? ਜੇ ਉਹ ਆਏ ਤਾਂ ਧਿਆਨ ਨਾਲ ਪੜ੍ਹਦੇ ਉਦੋਂ, ਤੇ ਕੀ ਇਹ ਯਿਸੂ ਨਾ ਲੱਭਦਾ ਉਹਨਾਂ ਨੂੰ ਇੱਥੋਂ? ਐਤਾਂ ਬਹੁਤ ਹੈ ਪਰ ਵੀਡੀਓ ਲੰਮੀ ਹੁੰਦੀ ਜਾਂਦੀ ਹੈ। ਹੁਣ ਮੈਂ ਤੁਹਾਨੂੰ 1-2 ਐਤ ਦਿਖਾ ਕੇ ਹੋਰ ਬੰਦ ਕਰਾਂਗਾ। ਆਈਏ ਇੱਕ ਐਤ ਹੋਰ ਵੇਖਦੇ ਹਾਂ। ਕੂਚ ਉਹਦੀ 15 ਅਧਿਆਏ, ਉਹਦੀ 2 ਐਤ। ਕੀ ਕਹਿੰਦੀ ਕੂਚ 15 ਦੀ 2? ਇਹ ਮੂਸਾ ਦਾ ਗੀਤ ਆ। ਮੂਸਾ ਕਹਿ ਰਿਹਾ 15:2, ਯਹੋਵਾ ਮੇਰਾ ਬਲ ਅਤੇ ਮੇਰਾ ਭਵਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ। ਉਹ ਮੇਰਾ ਖੁਦਾ ਹੈ ਅਤੇ ਮੈਂ ਉਸ ਦੀ ਸ਼ੋਭਾ ਕਰਾਂਗਾ। ਉਹ ਮੇਰੇ ਪਿਤਾ ਦਾ ਪਰਮੇਸ਼ਵਰ ਹੈ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ। ਹੁਣ ਇੱਥੇ ਫਿਰ ਸਲਵੇਸ਼ਨ ਸ਼ਬਦ ਆਇਆ। ਸਲਵੇਸ਼ਨ ਸ਼ਬਦ ਵਰਤਿਆ ਕਿਹੜੇ ਤਰੀਕੇ ਨਾਲ ਗਿਆ ਉਹਦੇ 'ਚ, ਇਸ ਆਇਤ ਵਿੱਚ? ਉਹਨੂੰ ਦੇਖੋ ਧਿਆਨ ਨਾਲ। ਮੂਸਾ ਕਹਿੰਦਾ ਯਹੋਵਾ ਮੇਰਾ ਬਲ ਹੈ ਅਤੇ ਮੇਰਾ ਭਵਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ। ਯਾਨੀ ਕਿ ਯਹੋਵਾ ਹੀ ਉਹਦਾ ਛੁਟਕਾਰਾ ਹੋਇਆ ਹੈ। ਤੇ ਮਤਲਬ ਯਹੋਵਾ ਕੀ ਹੀ? ਤੇ ਛੁਟਕਾਰਾ ਉਹਦਾ ਕੀ ਹੀ? ਯਿਸੂ। ਯਹੋਵਾ ਹੀ ਮੇਰਾ, ਦੂਜੇ ਸ਼ਬਦਾਂ 'ਚ ਮੈਂ ਕਹਾਂਗਾ ਪੰਜਾਬੀ 'ਚ, ਵੀ ਯਹੋਵਾ ਹੀ ਮੇਰਾ ਯਿਸੂ ਹੋਇਆ ਹੈ। ਫਿਰ ਦੇਖ ਲੈਂਦੇ ਹਾਂ ਇਬਰਾਨੀ 'ਚ ਆਉਂਦਾ ਕਿ ਨਹੀਂ, ਜਿੱਥੇ ਸਲਵੇਸ਼ਨ ਆਇਆ। ਇੱਥੇ ਸਲਵੇਸ਼ਨ ਇਹ ਆਇਆ 2 ਐਤ 'ਚ, ਇਹ ਵਾਲਾ ਸਲਵੇਸ਼ਨ ਆਇਆ। ਇਹ ਸਲਵੇਸ਼ਨ ਸ਼ਬਦ ਹੈ ਇਬਰਾਨੀ ਦਾ। ਇਹਨੂੰ ਚੁੱਕਨੇ ਆ ਫਿਰ। ਯਿਸੂ ਬਣਦਾ ਜਾਂ ਨਹੀਂ ਬਣਦਾ? ਟੂ ਸਲਵੇਸ਼ਨ ਇੱਥੇ ਆਉਂਦਾ। ਇਹਦਾ ਹੁਣ ਇਹ ਲਾ ਦਿੰਦੇ ਆ, ਇਹਦਾ ਮਗਰਲਾ ਲਾ ਦਿੰਦੇ ਇੱਕ ਅਕਸ਼ਰ। ਕੀ ਬਣ ਕੇ ਆਉਂਦਾ? ਬਣਦਾ ਯਿਸੂ? ਨਹੀਂ ਬਣਦਾ। Jesus. ਕੀ ਬਣਦਾ? Jesus. ਥੈਂਕ ਯੂ। Jesus. ਹਰ ਥਾਂ ਜਿੱਥੇ ਵੀ ਸਲਵੇਸ਼ਨ ਸ਼ਬਦ ਆਏਗਾ ਇੰਗਲਿਸ਼ ਦੀ ਬਾਈਬਲ 'ਚ, ਤੁਸੀਂ ਇਬਰਾਨੀ 'ਚ ਜਾ ਕੇ ਵੇਖ ਲਿਓ, ਉਸੇ ਆਇਤ 'ਚ ਜਿੱਥੇ ਉਹ
लिखिया होगा, मुक्ति लिखी होएगी शब्द, वो यशु ही होएगा शब्द। जिहड़ी ऐत मर्जी लै लो, जिहड़ी मैथ उत्पत्ति तो लैके कूज तक जिथे सलवेशन मिल जू वो यशु ही होएगा। यशु तो बगैर मुक्ति है ही नहीं किते। ऐतां बहुत है पर वीडियो लंबी होंदी जाती है, तुसीं आप भी स्टडी करके देख सकते इस ते जिथे भी सलवेशन आ, मुक्ति आ पुराने नियम विच वो यशु नाम ही है। यशु नाम तो मुक्ति है ही नहीं किते भी। इसलिए रसूलों के घर 2 लिखा ना, आकाश दे हेठां मनुखां विच कोई दूजा नाम दिता ही नहीं गया जिस दे विच मुक्ति होवे। तो मुक्ति इसे नाम विच है, बपतिस्मा भी इसे नाम विच है। बपतिस्मा कद लई लैने, मुक्ति पाउण दे लई लैने आपां। सो असीं वेख्या है कि नਵੇਂ नेम विचों भी ते पुराने नेम विचों भी कि पिता दा नाम ही यशु है। यूहन्ना 17:6 विच यशु ने की कहा सी, पुत्र ने की कहा सी, मैंने तेरा नाम उन मनुष्यों पर प्रगट किया। किहड़ा नाम? जिहड़ा हाइड होया सी। प्रगट तां ही किया ना, प्रगट तां ही कीता उन्हें जो गुप्त सी विच पिछे। तो गुप्त असीं वेख्या कि गुप्त किहड़ा नाम सी, वो यशु नाम गुप्त आ। तो ये सिद्ध हुंदा, नवें नेम भी सिद्ध करदा, पुराना नेम भी सिद्ध करदा कि पिता दा नाम यशु आ जिहड़ा गुप्त सी। जिहड़ा प्रगट किहदे ते होया? पुत्र ते। ते पुत्र नूं उही नाम दिता गया उन्हें जो अपना गुप्त नाम ही पुत्र नूं दिता, तो वो नाम है यशु। तो हुण जद आपां मत्ती 28:19 च जाने आ, उत्थे पिता दा नाम, पुत्र दा नाम, हुण सानूं पता लग गया की आ? यशु। हुण रह गया पवित्र आत्मा। पवित्र आत्मा दा नाम भी हुण यशु ही होना चाहिए। तो वो असीं देखदे हां बाइबल चों किते लिखिया नहीं, बाइबल चों कि पवित्र आत्मा दा नाम की आ, बाइबल च किते नहीं मिलूगा तुहानूं। पूरी बाइबल फोल लो, नहीं मिलूगा। पर एक चीज़ मैं तुहानूं दिखाउणा रेवोल्यूशन के द्वारा कित्थे लिखिया। तो आइए मैं वो आयत पढ़ना तुहाडे नाल। यूहन्ना 14:26, पर सहायक पवित्र आत्मा है जिस नूं पिता मेरे नाम विच भेजेगा, ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਯਾਦ ਕਰਾਵੇਗਾ ਜੋ ਕੁਝ ਮੈਂ ਤੁਹਾਨੂੰ ਕਿਹਾ ਹੈ। ਆਮੀਨ। ਇਸ ਐਤ ਨੂੰ ਧਿਆਨ ਨਾਲ ਸੁਣੋ। ਪੁੱਤਰ ਕਹਿ ਰਿਹਾ ਵਾ ਚੇਲਿਆਂ ਨੂੰ, ਯਿਸੂ ਮਸੀਹ ਕਹਿ ਰਿਹਾ ਵਾ ਚੇਲਿਆਂ ਨੂੰ ਕਿ ਪਵਿੱਤਰ ਆਤਮਾ ਸਹਾਇਕ ਹੈ ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜੇਗਾ। तो पहले की क्या सी? मैं अपने पिता के नाम में आया। तो बहुत लोगों ने ऑब्जैक्शन किया वो उस ऐप से, इदा नहीं उन्होंने तोड़िया मरोड़िया। पहला सैमुएल ना दाऊद भी यहोवा के नाम से आया ही, वो तोड़िया मरोड़िया, पर वो सच साबित होया या नहीं होया? साबित किया ना साहब बाइबल ने भी यशू पिता का नाम ही यशू है, उस नाम में वो आया। हुण की कह रहा इत्थे? पिता मेरे नाम विच पवित्र आत्मा नूं घल्लेगा। तो पवित्र आत्मा का नाम की होएगा? यशू। हुण सौखे तरीके नाल समझाउणा, जे ऐत तुहाडी समझ नहीं भी आउंदी ना, जी आ ऐत तुहाडी नहीं भी समझ च आउंदी तो मैं तुहानूं पंजाबी च समझा दिंदा। तुसीं मैनूं ये दसो, प्रभु यीशु मसीह दे अंदर जिहड़ा आत्मा सी वो किहड़ा आत्मा सी? पवित्र आत्मा सी या कोई होर आत्मा सी? फिर बाइबल पढ़नी पऊगी आपां नूं। सोचो थोड़ा जिहा कि जिहड़ा प्रभु यीशु मसीह दे अंदर आत्मा सी वो पवित्र आत्मा सी या कोई होर आत्मा सी? जे तो पवित्र आत्मा सी तो फिर तो जिहड़ा यीशु का नाम आ उही उहदे पवित्र आत्मा का नाम आ। हुण तुहाडे अंदर जिहड़ा आत्मा है उहदा नाम की है? दस सकदे कोई? जो तुहाडा नाम उही उहदा नाम है। तो जिहड़ा यीशु के अंदर आत्मा सी, पवित्र आत्मा सी, उहदा नाम की सी? जो यीशु का नाम सी उही उहदे आत्मा का नाम सी। सीधी भाषा च नहीं समझ आई अजे भी? वेट पढ़ते हैं प्रकाश की पोथी, उहदा 13 अध्याय
ਉਹਦੀ 8 ਐਤ। ਅਤੇ ਧਰਤੀ ਦੇ ਸਾਰੇ ਵਸਨੀਕ ਉਹਨੂੰ ਮੱਥਾ ਟੇਕਣਗੇ, ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ। ਆਮੀਨ। ਹੁਣ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਨਾਮ ਕਿਹੜੇ ਲਿਖੇ ਗਏ ਆ? ਉਹਨਾਂ ਦੇ ਲਿਖੇ ਗਏ ਆ ਜਿਨ੍ਹਾਂ ਨੇ ਸਵਰਗ 'ਚ ਜਾਣਾ। ਤੇ ਲਿਖੇ ਕਦੋਂ ਗਏ ਆ? ਅਜੇ ਜਗਤ ਬਣਿਆ ਵੀ ਨਹੀਂ ਆ। ਜਗਤ ਦੀ ਉਤਪਤੀ ਤੋਂ ਪਹਿਲਾਂ, ਜਗਤ ਦੇ ਮੁੱਢੋਂ ਉਸ ਪੋਥੀ ਵਿੱਚ ਲਿਖੇ ਗਏ ਆ। ਜੋ ਪੈਦਾ ਵੀ ਨਹੀਂ ਹੋਏ ਉਹਨਾਂ ਦੇ ਨਾਮ ਲਿਖੇ ਗਏ ਆ। ਉਹ ਨਾਮ ਕਿਹੜੇ? ਸਰੀਰਕ ਨਾਮ ਲਿਖੇ ਗਏ ਜਾਂ ਕਿਹੜੇ ਲਿਖੇ ਗਏ? ਉਹਨਾਂ ਦੀ ਆਤਮਾ ਦੇ ਨਾਂ ਲਿਖੇ ਗਏ ਉੱਥੇ। ਜੇ ਮੰਨ ਲਓ, ਸਪੋਜ਼ ਕਰ ਲਓ ਮੈਂ ਜਾਣਾ ਹੋਏ ਸਵਰਗ 'ਚ, ਅਤੇ ਮੇਰਾ ਨਾਮ ਉੱਥੇ ਲਿਖਿਆ ਹੋਇਆ ਵਾ, ਅਤੇ ਮੇਰਾ ਨਾਮ ਤਾਂ ਸਰੀਰਕ ਇੱਥੇ ਰਕੇਸ਼ ਵਾ। ਉੱਥੇ ਸਵਰਗ 'ਚ ਰਕੇਸ਼ ਥੋੜ੍ਹੀ ਲਿਖਿਆ। ਉੱਥੇ ਉਹਦਾ ਨਾਮ, ਮੇਰਾ ਨਾਮ ਕੁਝ ਹੋਰ ਆ ਜੋ ਉਹਨੂੰ ਪਤਾ ਵਾ। ਉਹ ਨਾਮ ਦਿੱਤੇ ਵੀ ਜਾਣਗੇ। ਜਿਹੜਾ ਸਵਰਗ 'ਚ ਜਾਣ ਵਾਲਾ ਹੋਏਗਾ, ਰੈਪਚਰ ਤੋਂ ਪਹਿਲਾਂ ਉਹ ਨਾਮ ਅਲਾਉਡ ਕੀਤਾ ਜਾਏਗਾ। ਪ੍ਰਕਾਸ਼ ਪੋਥੀ ਪੜ੍ਹ ਲਿਓ ਜਾ ਕੇ। ਮੈਂ ਤੁਹਾਨੂੰ ਸਮਝਾ ਰਿਹਾ, ਸਿਰਫ ਉਸ ਮਸਲੇ 'ਤੇ ਨਹੀਂ ਜਾ ਰਿਹਾ ਮੈਂ। ਹੁਣ ਜਿਹੜੀ ਜਗਤ ਦੀ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਨਾਂ ਲਿਖ ਗਏ, ਆਤਮਾ ਦੇ ਨਾਂ ਲਿਖੇ ਗਏ ਆ। ਠੀਕ ਆ। ਆਤਮਾ ਦੇ ਸਰੀਰਕ ਨਾਮ 'ਚ ਫਰਕ ਆ, ਕਿਉਂਕਿ ਸਰੀਰਕ ਨਾਂ ਸਾਡੇ ਮਾਂ ਪਿਓ ਰੱਖਦਾ, ਆਤਮਾ 'ਚ ਨਾਂ ਖੁਦਾ ਖੁਦ ਰੱਖਦਾ। ਹੁਣ ਅਬਰਾਹਾਮ ਸੀ। ਅਬਰਾਹਾਮ ਦਾ ਪਹਿਲਾ ਨਾਮ ਕੀ ਸੀ? ਅਬਰਾਮ। ਉਹ ਉਹਦਾ ਸਰੀਰਕ ਨਾਮ ਸੀ। ਅਤੇ ਅਬਰਾਹਾਮ ਉਹਦਾ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾਮ ਸੀ। ਉਹਨੂੰ ਸਵਰਗ ਤੋਂ ਖੁਦਾ ਨੇ ਦਿੱਤਾ ਉਹ ਨਾਮ, ਬਦਲਿਆ ਉਹਦਾ ਨਾਮ। ਹੁਣ ਇਸ ਟਾਈਮ ਅਬਰਾਹਾਮ ਦਾ ਨਾਮ ਕੀ ਆ? ਅਬਰਾਹਾਮ। ਉਹਦੀ ਆਤਮਾ ਦਾ ਨਾਮ ਵੀ ਅਬਰਾਹਾਮ ਹੈ, ਅਤੇ ਉਹਦੇ ਸਰੀਰਕ ਵੀ ਅਬਰਾਹਾਮ ਹੀ ਆ। ਹੁਣ ਇਸੇ ਤਰ੍ਹਾਂ ਪਤਰਸ ਦਾ ਨਾਮ ਬਦਲਿਆ, ਪੌਲਸ ਦਾ ਨਾਮ ਬਦਲਿਆ। ਪੌਲਸ ਦਾ ਨਾਮ ਵੀ ਸਵਰਗ ਵਿੱਚ ਪੌਲਸ ਹੀ ਆ, ਉਹਦੀ ਆਤਮਾ ਦਾ ਨਾਮ ਵੀ ਪੌਲਸ ਹੀ ਆ। ਪਤਰਸ ਦਾ ਵੀ ਆਤਮਕ ਨਾਮ ਪਤਰਸ ਹੀ ਆ। ਸਾਡੇ ਬਦਲੇ ਜਾਣਗੇ ਨਾ, ਕਿਉਂਕਿ ਸਾਡੇ ਮਾਂ ਪਿਓ ਨੇ ਰੱਖੇ ਆ। ਹੁਣ ਯਸ਼ੂ ਦਾ ਨਾਮ, ਧਿਆਨ ਨਾਲ ਸੁਣਿਓ ਹੁਣ, ਕੰਨ ਖੋਲ੍ਹ ਕੇ। ਯਸ਼ੂ ਦਾ ਨਾਮ ਯਸ਼ੂ ਦੇ ਮਾਤਾ ਪਿਤਾ ਨੇ ਨਹੀਂ ਰੱਖਿਆ। ਉਹਦਾ ਨਾਮ ਸਵਰਗ ਤੋਂ ਆਇਆ ਹੈ। ਜਿਹੜਾ ਉਹਦੀ ਆਤਮਾ ਦਾ ਨਾਮ ਸੀ, ਆਤਮਾ ਕਿਹੜਾ ਸੀ ਉਹਦੇ ਅੰਦਰ? ਹੁਣ ਇੱਥੇ ਰੌਲਾ ਪਾਓਗੇ ਤੁਸੀਂ। ਪਹਿਲਾਂ ਮੈਂ ਕਲੀਅਰ ਕਰਦਾ। ਜਿਹੜਾ ਉਹਦੇ ਅੰਦਰ ਆਤਮਾ ਸੀ, ਜਿਹੜਾ ਉਹਦਾ ਨਾਮ ਸੀ, ਉਹੀ ਉਹਦਾ ਸਰੀਰਕ ਨਾਮ ਸੀ। ਇੱਕੋ ਹੀ ਨਾਮ ਸੀ ਦੋਨੋਂ, ਆਤਮਾ ਔਰ ਸਰੀਰ ਦਾ ਉਹਦਾ। ਅਤੇ ਸਰੀਰਕ ਨਾਮ ਸੀ ਯਸ਼ੂ। ਉਹ ਮਿਲਿਆ ਸੀ ਕਿੱਥੋਂ ਉਹਨੂੰ? ਸਵਰਗ ਤੋਂ। ਜੇ ਇੱਥੋਂ ਮਿਲਿਆ ਹੁੰਦਾ, ਸਰੀਰਕ ਸੰਸਾਰ ਤੋਂ ਨਾਮ ਮਿਲਿਆ ਹੁੰਦਾ ਉਹਨੂੰ, ਅਤੇ ਫਿਰ ਉਹਦੇ ਆਤਮਾ ਦਾ ਅਲੱਗ ਕੋਈ ਹੋਰ ਨਾਮ ਹੁੰਦਾ। ਉਹ ਨਾਮ ਆਇਆ ਸੀ ਸਵਰਗ ਤੋਂ, ਖੁਦ ਪਿਤਾ ਨੇ ਦਿੱਤਾ ਸੀ, ਖੁਦ ਉਹਦੇ ਪਿਤਾ ਦਾ ਨਾਮ ਸੀ ਉਹ। ਸਮਝੇ ਨਾ? ਅਤੇ ਜੇ ਪਿਤਾ ਨੂੰ ਵੇਖਣਾ ਤੁਸੀਂ ਆਤਮਾ 'ਚ, ਉਤਪਤੀ 1 'ਚ ਜਾਓ, ਕੀ ਲਿਖਿਆ ਉੱਥੇ? ਪਰਮੇਸ਼ਰ ਆਤਮਾ ਸੀ। ਉਹਦਾ ਆਤਮਾ ਪਾਣੀਆਂ ਦੇ ਮੰਡਲਾਉਂਦਾ ਸੀ, ਅਤੇ ਉਹੀ ਆਤਮਾ ਮਰੀਅਮ ਦੀ ਕੁੱਖ ਵਿੱਚ ਗਿਆ। ਉਹਨੇ ਆਪਣਾ ਦੇਹ, ਕੀ ਕਹਿੰਦੇ ਆ, ਦੇਹਧਾਰੀ ਲਿਖਿਆ ਨਾ ਯੂਨਾਇਕ ਦੀ 1 'ਚ, ਆਦਿ ਵਿੱਚ ਸ਼ਬਦ ਸੀ, ਔਰ ਸ਼ਬਦ ਖੁਦਾ ਦੇ ਸੰਗ ਦੇ ਸ਼ਬਦ ਹੀ ਪਰਮੇਸ਼ਰ ਸੀ, ਅਤੇ ਸ਼ਬਦ ਦੇਹਧਾਰੀ ਹੋਇਆ। ਜਿਹੜਾ ਆਤਮਾ ਉਤਪਤੀ 1 ਦੀ 1 ਵਿੱਚ ਪਾਣੀਆਂ 'ਤੇ ਮੰਡਲਾਉਂਦਾ ਸੀ, ਉਹ ਖੁਦਾ ਦਾ ਆਤਮਾ ਹੀ ਸੀ। ਉਹੀ ਆਤਮਾ ਮਰੀਅਮ ਦੀ ਕੁੱਖ ਵਿੱਚ ਗਿਆ, ਉੱਥੇ ਆਪਣੇ ਲਈ ਇੱਕ ਦੇਹ ਤਿਆਰ ਕੀਤੀ ਉਹਨੇ। ਅਤੇ ਜਦ ਦੇਹ ਤਿਆਰ ਕੀਤੀ, ਉਸ ਆਤਮਾ ਦਾ ਨਾਂ ਕੀ ਸੀ? ਯਸ਼ੂ। ਅਤੇ ਦੇਹ ਨੂੰ ਕਿਹੜਾ ਨਾਮ ਮਿਲਿਆ? ਉਹ ਸਵਰਗੋਂ ਮਿਲਿਆ, ਧਰਤੀ ਤੋਂ ਨਹੀਂ ਮਿਲਿਆ ਉਹਨੂੰ। ਯਸ਼ੂ। ਅਤੇ ਉਹਦੇ ਆਤਮਾ ਦਾ ਕੀ ਨਾਂ ਹੋਇਆ ਫਿਰ? 1 ਯਸ਼ੂ। ਅਤੇ ਪਵਿੱਤਰ ਆਤਮਾ ਦਾ ਨਾਂ ਕੀ ਹੋਇਆ? ਯਸ਼ੂ। ਹੋਈ ਗੱਲ ਕਲੀਅਰ ਕਿ ਨਹੀਂ ਅਜੇ ਵੀ? ਪਿਤਾ ਦਾ ਨਾਮ, ਪੁੱਤਰ ਦਾ ਨਾਮ, ਪਵਿੱਤਰ ਆਤਮਾ ਦਾ ਨਾਮ ਯਸ਼ੂ ਆ। ਜੇ ਕਿਸੇ ਨੂੰ ਅਜੇ ਵੀ ਕੋਈ ਓਬਜੈਕਸ਼ਨ ਆ ਤਾਂ ਕਮੈਂਟ ਕਰ ਸਕਦਾ, ਮੈਂ ਉਹਦਾ ਉਹ ਵੀ ਹੱਲ ਕਰ ਦੂੰ। ਜਿੱਥੇ ਓਬਜੈਕਸ਼ਨ ਹੈ ਉਹਨੂੰ ਕਿਸੇ ਵੀ ਨਾਮ 'ਤੇ। ਪਿਤਾ ਦਾ ਨਾਮ ਧਿਆਨ ਨਾਲ ਸੁਣ ਲਓ, ਪੁੱਤਰ ਦਾ ਨਾਮ ਔਰ ਪਵਿੱਤਰ ਆਤਮਾ ਦਾ ਨਾਮ ਯਸ਼ੂ ਆ। ਯਸ਼ੂ ਆ, ਯਸ਼ੂ ਆ। ਕਿੰਨੀ ਵਾਰੀ ਕਹਾਂ ਯਸ਼ੂ ਆ? ਬਾਈਬਲ ਸਾਫ਼ ਸਾਫ਼ ਦੱਸਦੀ ਹੈ। ਹੁਣ ਇਹ ਕਹੋਗੇ
ਯਿਸੂ ਇਕੱਲੇ ਦੇ ਨਾਮ 'ਚ ਬਪਤਿਸਮਾ ਕਿੱਦਾਂ ਹੋ ਜੂ? ਹੋ ਵੀ ਨਹੀਂ ਸਕਦਾ, ਕਿਉਂਕਿ ਉਹਨੂੰ ਕੁਝ ਹੋਰ ਵੀ ਦਿੱਤਾ, ਨਿਰਾ ਨਾਮ ਹੀ ਨਹੀਂ ਦਿੱਤਾ ਉਹਨੂੰ। ਹੁਣ ਇਹ ਵੀ ਧਿਆਨ ਦਿਓ, ਉਹਨੂੰ ਇਕੱਲਾ ਨਾਮ ਹੀ ਨਹੀਂ ਦਿੱਤਾ, ਕੁਝ ਹੋਰ ਵੀ ਦਿੱਤਾ ਉਹਨੂੰ। ਉਹ ਵੀ ਸਵਰਗ ਤੋਂ ਮਿਲਿਆ, ਇੱਥੋਂ ਨਹੀਂ ਮਿਲਿਆ ਉਹਨੂੰ। ਤੇ ਉਹ ਦਿਖਾਉਣਾ ਮੈਂ ਤੁਹਾਨੂੰ ਕੀ ਮਿਲਿਆ ਉਹਨੂੰ ਹੋਰ ਨਾਲ। ਆਓ ਪੜ੍ਹਦੇ ਹਾਂ ਰਸੂਲਾਂ ਦੇ ਕਰਤਾਬ 2:36। ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਇਹ ਗੱਲ ਪੱਕੀ ਜਾਣ ਲਵੇ ਕਿ ਖੁਦਾ ਨੇ ਉਸ ਨੂੰ ਪ੍ਰਭੂ ਅਤੇ ਮਸੀਹ ਦੋਨੋਂ ਹੀ ਠਹਿਰਾਇਆ, ਜਿਸ ਯਿਸੂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ ਸੀ। ਹੁਣ ਨਾਂ ਦੇ ਨਾਲ ਨਾਲ ਇਹਨੂੰ ਦੋ ਚੀਜ਼ਾਂ ਹੋਰ ਮਿਲੀਆਂ ਨੇ, ਇੱਕ ਮਿਲਿਆ ਪ੍ਰਭੂ, ਇੱਕ ਮਿਲਿਆ ਮਸੀਹ। ਮਸੀਹ ਆ ਸੁਰਨੇਮ ਔਰ ਪ੍ਰਭੂ ਆ ਟਾਈਟਲ। ਤਾਂ ਹਰ ਮਨੁੱਖ ਦਾ ਜੋ ਇਸ ਧਰਤੀ 'ਤੇ ਉਹਦਾ ਸੁਰਨੇਮ ਹੁੰਦਾ ਕੋਈ, ਉਹ ਉਹਨੂੰ ਜਨਮ ਤੋਂ ਪਦੈਸੀ ਮਿਲਦਾ, ਟਾਈਟਲ ਉਹਦਾ ਬਾਅਦ 'ਚ ਮਿਲਦਾ। ਜਿੱਦਾਂ ਮਿਸਟਰ, ਡਾਕਟਰ ਉਹਦੀ ਕਾਬਲੀਅਤ ਦੱਸਦਾ, ਵੀ ਇਹ ਸਟੇਟਸ ਦੱਸਦਾ ਇਹਦਾ ਜਿਹੜਾ ਹੁੰਦਾ ਟਾਈਟਲ ਹੁੰਦਾ ਜਿਹੜਾ ਬੰਦੇ ਦਾ, ਵੀ ਇਹਦਾ ਸਟੇਟਸ ਕੀ ਆ, ਡਾਕਟਰ ਆ ਕੀ ਆ, ਉਹਦੇ ਅੱਗੇ ਲੱਗਣ ਦਾ ਪਾਸਟਰ ਦੇ ਲੱਗੇ ਪਾਸਟਰ ਲਾ ਦਿੰਦੇ ਆ, ਉਹਦਾ ਸਟੇਟਸ ਟਾਈਟਲ ਆ। ਇਸ ਤਰ੍ਹਾਂ ਪ੍ਰਭੂ ਨੂੰ ਟਾਈਟਲ ਮਿਲਿਆ ਯਿਸੂ ਨੂੰ, ਉਹਦਾ ਸੁਰਨੇਮ ਕੀ ਆ? ਮਸੀਹ। ਉਹ ਪੈਦਾ ਹੀ ਮਸੀਹ ਹੋਇਆ, ਤੇ ਟਾਈਟਲ ਉਹਦਾ ਪ੍ਰਭੂ ਆ। ਤੇ ਪ੍ਰਭੂ ਨੂੰ ਜਦ ਤੁਸੀਂ ਪੁਰਾਣੇ ਨੇਮ ਵਿੱਚ ਇੰਗਲਿਸ਼ 'ਚ ਵੇਖੋਗੇ ਵੱਡੇ ਅਕਸ਼ਰਾਂ 'ਚ ਟਾਈਟਲ, ਮਤਲਬ ਕੈਪੀਟਲ ਲੈਟਰ 'ਚ ਜਿਹੜਾ ਫੁੱਲ ਹੋਊਗਾ ਨਾ, ਉਹਦੀ ਫਿਰ ਇਬਰਾਨੀ ਬਾਈਬਲ 'ਚ ਜਾ ਕੇ ਦੇਖੋਗੇ ਤੇ ਕੀ ਆਊਗਾ? ਯਹੋਵਾ ਆਊਗਾ। ਤਾਂ ਟਾਈਟਲ ਨੂੰ ਕਿਹੜਾ ਮਿਲਿਆ? ਯਹੋਵਾ। ਉਹਦੇ ਟਾਈਟਲ ਤੋਂ ਸਾਬਤ ਹੁੰਦਾ ਕਿ ਉਹ ਯਹੋਵਾ ਆ ਔਰ ਮਸੀਹ ਵੀ ਆ। ਤੇ ਇਸੇ ਨਾਮ ਵਿੱਚ ਬਪਤਿਸਮਾ ਪਿਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ, ਨਿਰਾ ਯਿਸੂ ਦੇ ਵਿੱਚ ਨਹੀਂ ਦੇ ਸਕਦੇ ਆਪਾਂ, ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ। ਤੇ ਇਹੀ ਉਹਦਾ ਫੁੱਲ ਨਾਮ ਆ। ਉਹਨੂੰ ਉਹਨੇ ਪ੍ਰਭੂ ਅਤੇ ਮਸੀਹ ਦੋਨੋਂ ਕੀਤਾ। ਤੇ ਪ੍ਰਭੂ ਦਾ ਮਤਲਬ ਮੈਂ ਤੁਹਾਨੂੰ ਸਮਝਾਤਾ। ਇੰਗਲਿਸ਼ 'ਚ ਬਾਈਬਲ ਜਿੱਥੇ ਵੀ ਕੈਪੀਟਲ ਵਰਡ ਵਿੱਚ ਪੂਰਾ ਆਏਗਾ, ਇੱਕ ਪਹਿਲਾ ਨਹੀਂ ਪੂਰਾ ਲੌਰਡ, ਜਿੱਦਾਂ ਲੌਰਡ ਆ ਜਾਂਦਾ ਇੰਗਲਿਸ਼ 'ਚ ਲੌਰਡ ਆਉਂਦਾ, ਜਿੱਥੇ ਕੈਪੀਟਲ ਲੌਰਡ ਲਿਖਿਆ ਹੋਗਾ ਉਹਨੂੰ ਇਬਰਾਨੀ ਬਾਈਬਲ 'ਚ ਜਾ ਕੇ ਦੇਖਿਓ ਯਹੋਵਾ ਆਏਗਾ। ਜਿਸ ਤਰ੍ਹਾਂ ਅੱਗੇ ਮੈਂ ਕੱਢ ਕੇ ਦਿਖਾਇਆ ਨਾ ਤੁਹਾਨੂੰ ਯਿਸੂ, ਉਸੇ ਤਰ੍ਹਾਂ ਕੱਢ ਕੇ ਦੇਖਿਓ ਉੱਥੇ ਯਹੋਵਾ ਆਏਗਾ। ਅਤੇ ਸਟੇਟਸ ਉਹਦਾ ਕੀ ਬਿਆਨ ਕਰਦਾ? ਇਹ ਯਹੋਵਾ ਆ। ਜਿੱਦਾਂ ਹੁਣ ਕਿਸੇ ਦੇ ਨਾਂ ਦੇ ਗਾੜੀ ਡਾਕਟਰ ਲਾ ਦਿਓ, ਅਤੇ ਕੀ ਉਹ ਤੋਂ ਕੀ ਸਾਬਤ ਹੁੰਦਾ ਵੀ ਇਹ ਡਾਕਟਰ ਆ। ਇਹ ਕਿਹੜੇ ਖਾਨਦਾਨ 'ਚੋਂ ਆ, ਉਹਦਾ ਮਗਰ ਸੁਰਨੇਮ ਦੱਸਦਾ। ਅਤੇ ਮਸੀਹ ਕਿਹੜੇ ਖਾਨਦਾਨ 'ਚੋਂ ਆ, ਉਹ ਮਸੀਹ ਦਾ ਸੁਰਨੇਮ ਦੱਸਦਾ, ਅਤੇ ਉਹਦਾ ਨਾਂ ਯਿਸੂ ਆ। ਅਤੇ ਟਾਈਟਲ ਉਹਦਾ ਪ੍ਰਭੂ ਆ, ਲੌਰਡ ਆ। ਅਤੇ ਲੌਰਡ ਕੈਪੀਟਲ ਅਕਸ਼ਰਾਂ 'ਚ ਵੱਡੇ 'ਚ ਸਾਰਾ। ਪੁਰਾਣੇ ਨੇਮ 'ਚ ਜਾ ਕੇ ਦੇਖ ਲਿਓ, ਜਿੱਥੇ ਵੀ ਲੌਰਡ ਤੁਹਾਨੂੰ ਮਿਲੇਗਾ ਵੱਡੇ ਅਕਸ਼ਰਾਂ 'ਚ, ਉੱਥੇ ਇਬਰਾਨੀ ਬਾਈਬਲ 'ਚ ਜਾ ਕੇ ਵੇਖ ਲਿਓ, ਉੱਥੇ ਯਹੋਵਾ ਹੋਏਗਾ। ਸਟੇਟਸ ਬਿਆਨ ਕੀ ਕਰਦਾ? ਉਹ ਯਹੋਵਾ ਆ। ਇਹ ਤੋਂ ਵੱਡੀ ਗੱਲ ਹੋਰ ਕਿਹੜੀ ਹੋਣੀ ਚਾਹੀਦੀ ਤੁਹਾਡੇ ਲਈ? ਉਹਦਾ ਪੂਰਾ ਨਾਮ ਆ ਪ੍ਰਭੂ ਯਿਸੂ ਮਸੀਹ, ਔਰ ਇਸੇ ਨਾਮ 'ਚ ਬਪਤਿਸਮਾ ਹੈ। ਅਗਰ ਇਸ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਬਪਤਿਸਮਾ ਲੈਂਦਾ ਜਾਂ ਦਿੰਦਾ ਵਾ, ਤਾਂ ਸਿੱਧਾ ਜੰਗਲੀ ਬੂਟੀ ਆ, ਉਹ ਜੰਗਲੀ ਬੂਟੀ ਵਾਲਾ ਬੀਜ ਆ। ਅਤੇ ਜੰਗਲੀ ਬੂਟੀ ਤੁਹਾਨੂੰ ਪਤਾ ਉਹਦਾ ਅੰਤ ਕੀ ਹੋਣ ਵਾਲਾ। ਇੱਥੇ ਫਿਰ ਹੁਣ ਕਈ ਸਵਾਲ ਕਰਨਗੇ ਵੀ ਜੇ ਯਿਸੂ ਮਸੀਹ ਨੇ ਆਪਣਾ ਹੀ ਨਾਮ 'ਚ ਹੀ ਬਪਤਿਸਮਾ ਦੇਣਾ ਸੀ, ਅਤੇ ਫਿਰ ਮੱਤੀ 28:19 ਕਿਉਂ ਪਿਤਾ ਪੁੱਤਰ ਪਵਿੱਤਰ ਆਤਮਾ ਕਹਿ ਕੇ ਲਿਖਵਾਈ ਉਹਨੇ? ਸਵਾਲ ਵਧੀਆ ਵਾ। ਮੈਂ ਤਾਂ ਪਹਿਲਾਂ ਤੁਹਾਨੂੰ ਕਿਹਾ ਸੀ, ਮੈਂ ਜਵਾਬ ਦੇਵਾਂਗਾ ਅੰਤ 'ਚ, ਵੀ ਜੇ ਮੱਤੀ ਉਹਨੇ ਪਹਿਲੀਆਂ ਕਮਾਂਡਮੈਂਟਾਂ ਆਪਣੇ ਨਾਂ 'ਚ ਸਾਰੀਆਂ ਦਿੱਤੀਆਂ, ਅਤੇ ਇੱਥੇ ਵੀ ਉਹ ਕਹਿ ਸਕਦਾ ਹੈ ਕਿ ਜਾਓ ਜਾ ਕੇ ਮੇਰੇ ਨਾਮ 'ਚ ਬਪਤਿਸਮਾ ਦਿਓ। ਸਿੰਪਲ ਕਹਿ ਸਕਦਾ ਹੈ। ਕਿਉਂ ਨਹੀਂ ਕਿਹਾ ਇੱਥੇ? ਇੱਥੇ ਇਸ ਲਈ ਨਹੀਂ ਕਿਹਾ ਕਿ ਜਿਹੜੀ ਔਰਤ ਆਪਾਂ ਵੇਖੀ ਆ ਮੱਤੀ 13 'ਚ, ਜਿਹਨੇ ਆਣ ਕੇ 3 ਸਿਰ ਆਟੇ 'ਚ ਖਮੀਰ ਮਿਲਾਇਆ, ਜੇ ਅਗਰ ਇੱਥੇ ਯਿਸੂ ਮਸੀਹ ਕਹਿ ਦਿੰਦਾ ਕਿ ਜਾਓ ਜਾ ਕੇ ਮੇਰੇ ਨਾਮ 'ਚ ਬਪਤਿਸਮਾ ਦਿਓ, ਤਾਂ ਉਹ ਖਮੀਰ ਨਹੀਂ ਸੀ ਰਲਾ ਸਕਦੀ ਆਟੇ ਵਿੱਚ। ਉਹ ਆਪਣੀ ਸਿੱਖਿਆ ਇੱਥੇ ਬੀਜ ਨਹੀਂ ਸੀ ਸਕਦੀ, ਉਹ ਝੂਠੀ ਸਿੱਖਿਆ ਲੈ ਕੇ ਆ ਨਹੀਂ ਸੀ ਸਕਦੀ, ਪਰ ਭਵਿੱਖਬਾਣੀ ਸੀ ਕਿ ਉਹ ਲੈ ਕੇ ਆਏਗੀ। ਇਸੇ ਲਈ ਉਹ ਐਤ ਲਿਖੀ ਗਈ ਉੱਥੇ।
ਕੋਈ ਵੀ ਜਿਹੜਾ ਤਸਲੀਸ ਨੂੰ ਮੰਨਣ ਵਾਲਾ ਨਾ, ਉਹ 29 28 ਦੀ 19 ਤੋਂ ਬਗੈਰ ਕਾਹੇ ਜੋਗਾ ਨਹੀਂ, ਕੋਈ ਪ੍ਰਚਾਰ ਕਰ ਹੀ ਨਹੀਂ ਸਕਦਾ ਤਸਲੀਸ ਦਾ। ਉਹ ਇਸ ਐਤ ਤੋਂ ਬਗੈਰ ਸਿਰਫ ਇਹੀ ਐਤ ਮਸੀਹਤ ਦੇ ਵਿੱਚ ਤਸਲੀਸ ਨੂੰ ਲੈ ਕੇ ਆਉਣ ਦਾ ਇੱਕ ਚੋਰ ਮੋਰੀ ਆ, ਇਹਦੇ ਥਾਣੀ ਲਿਆ ਸਕਦਾ, ਹੋਰ ਕੋਈ ਐਤ ਥਾਣੀ ਲਿਆ ਹੀ ਨਹੀਂ ਸਕਦਾ ਹੈ। ਕੋਈ ਪ੍ਰਚਾਰ ਹੀ ਨਹੀਂ ਕਰ ਸਕਦਾ ਤਸਲੀਸ ਦਾ ਕਿ ਤਿੰਨ ਖੁਦਾ ਨੇ। ਸਿਰਫ ਇਸੇ ਐਤ ਰਾਹੀਂ ਕਰਦੇ ਆ, ਤਾਂ ਹੀ ਰੱਖੀ ਗਈ ਕਿਉਂਕਿ ਭਵਿੱਖਬਾਣੀ ਸੀ ਕਿ ਉਹ ਔਰਤ ਆਏਗੀ। ਜੇ ਇਹ ਬੰਦ ਹੁੰਦੀ ਤਾਂ ਉਹ ਆਪਣਾ ਖਮੀਰ ਲਾ ਹੀ ਨਹੀਂ ਸਕਦੀ। ਤੁਸੀਂ ਕਹੋ ਇਹ ਕਿੱਦਾਂ? ਹੁਣ ਅਦਨ 'ਚ ਆ ਜਾਓ। ਅਦਨ 'ਚ ਕੀ ਹੋਇਆ? ਅਦਨ 'ਚ ਖੁਦਾ ਨੇ ਸੱਪ ਨੂੰ ਬਣਾਇਆ, ਅਤੇ ਸੱਪ ਨੂੰ ਕਿੱਦਾਂ ਦਾ ਬਣਾਇਆ ਉਹ ਤੁਹਾਨੂੰ ਪਤਾ ਵਾ। ਉਹ ਨਾ ਤਾਂ ਜਾਨਵਰ ਸੀ ਔਰ ਨਾ ਹੀ ਮਨੁੱਖ ਸੀ। ਉਹ ਬੋਲ ਸਕਦਾ ਸੀ, ਸਿੱਧਾ ਪੈਰਾਂ 'ਤੇ ਖੜ੍ਹਾ ਹੋ ਸਕਦਾ ਸੀ ਮਨੁੱਖ ਵਾਂਗੂ, ਪਰ ਸੀ ਉਹ ਜਾਨਵਰ। ਅਤੇ ਖੁਦਾ ਨੂੰ ਪਤਾ ਸੀ ਕਿ ਔਰਤ ਦੇ ਨਾਲ ਮਿਲ ਸਕਦਾ, ਸੰਗ ਕਰ ਸਕਦਾ ਵਾ। ਪਤਾ ਸੀ ਖੁਦਾ ਨੂੰ ਇਹ ਜੋ ਮੈਂ ਬਣਾ ਕੀ ਰਿਹਾ ਵਾਂ, ਨਾ ਤਾਂ ਮਨੁੱਖ ਆ ਔਰ ਨਾ ਹੀ ਇਹ ਜਾਨਵਰ ਆ। ਔਰ ਸਾਇੰਸ ਵੀ ਅੱਜ ਉਸੇ ਸਭ ਤਾਂ ਜੋ ਇਹ ਸਾਬਤ ਕਰ ਸਕੇ ਕਿ ਜਾਨਵਰ ਔਰ ਮਨੁੱਖ ਇੱਕ ਹੋ ਸਕਦੇ ਆ, ਇੱਕ ਹੋਏ, ਪਰ ਉਹ ਲੱਭ ਨਹੀਂ ਸਕਦੇ ਕਿ ਕੁਛ ਖੁਦਾ ਨੇ ਉਹ ਨਸਲ ਹੀ ਖਤਮ ਕਰ ਦਿੱਤੀ ਉੱਥੋਂ। ਸਾਇੰਸ ਇਸੇ ਖੋਜ 'ਚ ਆ ਕਿ ਜਿੱਥੇ ਮਨੁੱਖ ਅਤੇ ਜਾਨਵਰ ਨੂੰ ਇਕੱਠਾ ਕੀਤਾ ਜਾ ਸਕਦਾ ਹੈ, ਉਹ ਅਦਨ ਵਿੱਚ ਹੋਇਆ ਸੀ। ਖੁਦਾ ਨੇ ਖੁਦ ਬਣਾਇਆ ਸੀ ਸੱਪ ਨੂੰ। ਇਹੀ ਕਾਰਨ ਆ ਰਸੂਲਾਂ ਦੇ ਕਰਤਾਬ 2:38 ਦਾ। ਇਹ ਖੁਦਾ ਨੂੰ ਪਤਾ ਸੀ ਇਹ ਤਿੰਨ ਬਣਾ ਲੈਣਗੇ ਮੈਨੂੰ, ਪਰ ਫਿਰ ਵੀ ਉਹਨੇ ਇਹ ਐਤ ਲਿਖੀ ਇੱਥੇ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਂ ਵਿੱਚ, ਪਰ ਨਾਲ ਭੇਤ ਵੀ ਦਿੱਤਾ ਉਹਦਾ। ਇਸ ਐਤ ਤੋਂ ਬਗੈਰ ਉਹ ਔਰਤ ਜਿਹੜੀ 3 ਕਿਲੋ ਆਟੇ 'ਚ ਖਮੀਰ ਮਿਲਾਉਂਦੀ, ਉਹ ਮਿਲਾ ਨਹੀਂ ਸਕਦੀ। ਵਾਅਦਾ ਕਰਨਾ ਅੱਜ ਮੈਂ 35 ਘਟਣ ਨੂੰ ਚੈਲੰਜ ਕਰਦਾ ਕਿ ਇਸ ਐਤ ਤੋਂ ਬਗੈਰ, ਰਸੂਲ 29 28 ਦੀ 19 ਤੋਂ ਬਗੈਰ ਤੁਸੀਂ ਤਸਲੀਸ ਦਾ ਪ੍ਰਚਾਰ ਕਰਕੇ ਦਿਖਾ ਦਿਓ। ਹੋਰ ਤਾਂ ਛੱਡੋ, ਬਪਤਿਸਮੇ ਦੀ ਛੱਡੋ, ਤਸਲੀਸ ਦਾ ਪ੍ਰਚਾਰ ਕਰਕੇ ਦਿਖਾ ਦਿਓ ਖੁਦਾ ਤਿੰਨ ਨੇ ਇਸ ਐਤ ਤੋਂ ਬਗੈਰ। ਇਹੀ ਐਤ ਤਸਲੀਸ ਨੂੰ ਮਸੀਹਤ ਦੇ ਵਿੱਚ ਲੈ ਕੇ ਆਉਂਦੀ ਹੈ। ਚੋਰ ਮੋਰੀ ਛੱਡੀ ਆ ਖੁਦਾ ਨੇ ਥੋੜ੍ਹੀ ਜਿਹੀ, ਇਹਦੇ ਥਾਣੀ ਆ ਸਕਦੀ ਔਰਤ, ਕਿਉਂਕਿ ਭਵਿੱਖਬਾਣੀ ਉਹਨੇ ਆਉਣਾ ਵਾ। ਇਹ ਉਹਦੇ ਲਈ ਐਤ। ਅਤੇ ਮੈਂ ਇੱਕ ਐਤ ਪੜ੍ਹਾਉਣ ਲੱਗਾ ਤੁਹਾਨੂੰ, ਉਹ ਪੜ੍ਹਾ ਕੇ ਆਪਾਂ ਸਮਾਪਤ ਕਰਦੇ ਹਾਂ। ਉਹ ਐਤ ਹੈਗੀ ਆ ਅਫਸੀਆਂ 4:6। ਸਭਨਾਂ ਦਾ ਇੱਕੋ ਪਰਮੇਸ਼ਵਰ ਅਤੇ ਪਿਤਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ। ਇਹ ਐਤ ਤਸਲੀਸ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾ ਦਿੰਦੀ ਹੈ। ਧਿਆਨ ਨਾਲ ਪੜ੍ਹੋ ਇਹਨੂੰ। ਸਭਨਾਂ ਦਾ ਇੱਕੋ ਹੀ ਖੁਦਾ ਆ ਜੋ ਪਿਤਾ ਆ, ਉਹ ਸਭਨਾਂ ਦੇ ਉੱਪਰ ਆ, ਅਬੋਵ, ਅਤੇ ਸਭਨਾਂ ਦੇ ਵਿੱਚ ਆ ਅਤੇ ਸਭਨਾਂ ਦੇ ਅੰਦਰ ਆ। ਅਬੋਵ ਕਦ ਸੀ? ਉੱਤੇ ਕਦ ਸੀ? ਪਿਤਾ ਦੇ ਰੂਪ ਵਿੱਚ ਕਦ ਰਿਹਾ? 33.5 ਸਾਲ ਯਸ਼ੂ ਦੇ ਰੂਪ ਵਿੱਚ। ਔਰ ਅੰਦਰ ਕਦ ਰਹੇ ਆ? ਮਨੁੱਖ ਦੇ ਪਵਿੱਤਰ ਆਤਮਾ ਦੇ ਰੂਪ ਵਿੱਚ। ਅਤੇ ਤਸਲੀਸ ਕਿੱਥੇ ਗਈ ਇਹਨਾਂ ਦੀ? ਖਤਮ। God bless you all. Thank you for watching.